ਸਤਿ ਸ਼੍ਰੀ ਅਕਾਲ ਦੋਸਤੋ, ਜੇ ਜਾਣਾ ਪਰਦੇਸ ਤੇ ਇੱਕ ਹੋਰ ਇਨਫੋਰਮੇਟਿਵ ਐਪੀਸੋਡ ਵਿੱਚ ਮੈਂ ਜੱਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਇੱਕ ਵਾਰ ਫੇਰ ਸਟੂਡੈਂਟ ਵੀਜ਼ਾ ਬਾਰੇ ਜਾਣਕਾਰੀ ਦੇਣ ਲਈ ਸਾਰੇ ਸਟੂਡੀਓ ਵਿੱਚ ਮੌਜੂਦ ਨੇ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ ਦੇ ਐਮਡੀ ਗੁਰਵਿੰਦਰ ਸਿੰਘ ਕੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਮ। ਤੇ ਕੰਗ ਸਾਹਿਬ, ਇੱਕ ਵਾਰ ਫਿਰ ਮੈਨੂੰ ਆਪਣੀ ਕੰਪਨੀ ਦੇ ਪ੍ਰੋਫਾਈਲ ਥੋੜੀ ਜਿਹੀ ਹਿਸਟਰੀ ਬਾਰੇ ਦੱਸੋ, ਉਹ ਦਰਸ਼ਕਾਂ ਲਈ ਜੋ ਪਹਿਲੀ ਵਾਰ ਐਪੀਸੋਡ ਦੇਖ ਰਹੇ ਨੇ। ਓਕੇ ਜੀ। ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ 2005 ਤੋਂ ਇਨਕੋਰਪੋਰੇਟਡ ਹੈ। 2005 ਤੋਂ ਇਹ ਬਿਜ਼ਨਸ ਕਰ ਰਹੇ ਅਸੀਂ ਸਟੂਡੈਂਟ ਬਾਹਰ ਭੇਜਣ ਦਾ। ਲੇਕਿਨ ਉਸ ਤੋਂ ਪਹਿਲਾਂ ਵੀ ਮਤਲਬ ਮੈਂ ਇਸ ਲਾਈਨ 'ਚ 2000 ਤੋਂ ਅਬਾਊਟ 13 ਈਅਰਸ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ। ਅਤੇ ਸਭ ਤੋਂ ਵੱਡੀ ਗੱਲ ਹੈ ਜੀ, ਜੋ ਸਾਡੇ ਕੋਲ ਇਸ ਇੰਡਸਟਰੀ ਨਾਲ ਰਿਲੇਟਡ ਜੋ ਲਾਇਸੈਂਸਿਸ ਐਂਡ ਕੁਆਲੀਫਿਕੇਸ਼ਨਸ ਆ, ਉਹ ਇੰਡੀਆ ਦੇ ਵਿੱਚ ਸਾਡੇ ਕੋਲ ਆਈ ਥਿੰਕ ਸਭ ਤੋਂ ਵੱਧ ਹੈਗੇ ਆ ਐਜ਼ ਅ ਕੰਪਨੀ। ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਪ੍ਰੈਕਟਿਸ ਕਰਨਾ ਤਾਂ ਉੱਥੇ ਇੱਕ ਲਾਇਸੈਂਸ ਹੁੰਦਾ ਮਾਈਗ੍ਰੇਸ਼ਨ ਏਜੰਟ ਦਾ, ਮਾਰਾ ਦਾ। ਔਨ ਸ਼ੋਰ ਆਸਟ੍ਰੇਲੀਆ ਵਿੱਚ ਉਹ ਕੰਪਲਸਰੀ ਹੈਗਾ, ਤੁਸੀਂ ਕੋਈ ਵੀ ਇਮੀਗ੍ਰੇਸ਼ਨ ਐਡਵਾਈਸ ਨਹੀਂ ਦੇ ਸਕਦੇ ਬਿਨਾਂ ਲਾਇਸੈਂਸ ਤੋਂ। ਆਫ ਸ਼ੋਰ ਉਹ ਕੰਪਲਸਰੀ ਨਹੀਂ ਹੈ, ਬਟ ਆਈ ਥਿੰਕ ਜਿਹਦੇ ਕੋਲ ਹੈਗਾ ਤਾਂ ਇੱਕ ਆਲਮੋਸਟ ਗਰੰਟੀ ਹੈ ਕਿ ਉਹਦੇ ਕੋਲ ਪੂਰੀ ਨੌਲੇਜ ਹੈਗੀ ਆ, ਕਿਉਂਕਿ ਬਿਨਾਂ ਨੌਲੇਜ ਤੋਂ ਬਿਨਾਂ ਐਗਜ਼ਾਮਸ ਤੋਂ ਲਾਇਸੈਂਸ ਨਹੀਂ ਮਿਲਦਾ। ਇਸ ਤੋਂ ਇਲਾਵਾ ਸਾਡੇ ਕੋਲ ਨਿਊਜ਼ੀਲੈਂਡ ਦਾ ਲਾਇਸੈਂਸ ਹੈ, ਇਮੀਗ੍ਰੇਸ਼ਨ ਐਡਵਾਈਜ਼ਰੀ ਅਥਾਰਟੀ ਲਾਇਸੈਂਸ ਦਿੰਦੀ ਆ। ਅਤੇ ਨਿਊਜ਼ੀਲੈਂਡ ਦਾ ਈਵਨ ਆਫਸ਼ੋਰ ਵੀ ਲਾਇਸੈਂਸਿੰਗ ਜੋ ਰਿਕੁਆਇਰਮੈਂਟ ਤੋਂ ਐਗਜ਼ੈਂਪਟਡ ਨਹੀਂ ਹੈ ਇਮੀਗ੍ਰੇਸ਼ਨ ਐਡਵਾਈਸ, ਸਿਰਫ ਸਟੂਡੈਂਟ ਵੀਜ਼ਾ ਐਗਜ਼ੈਂਪਟਡ ਹੈ। ਅਗਰ ਲੇਕਿਨ ਸਟੂਡੈਂਟ ਦੇ ਪਾਰਟਨਰ ਨੇ ਜਾਂ ਉਹਦੀ ਕਿਸੇ ਫੈਮਿਲੀ ਨੇ ਵਿਜ਼ਟਰ ਵੀਜ਼ਾ ਜਾਂ ਵਰਕ ਵੀਜ਼ਾ ਕੋਈ ਵੀ ਵੀਜ਼ਾ ਅਪਲਾਈ ਕਰਨਾ ਤਾਂ ਉਹਨਾਂ ਨੂੰ ਲਾਇਸੈਂਸਿੰਗ ਐਡਵਾਈਸ ਲੈਣੀ ਪਏਗੀ, ਅਤੇ ਉਹ ਸਾਡੇ ਕੋਲ ਹੈ। ਇਸ ਤੋਂ ਇਲਾਵਾ UK ਦਾ ਸਾਡੇ ਕੋਲ ਕੁਆਲੀਫਿਕੇਸ਼ਨ ਹੈ ਕਾਉਂਸਲਰ ਦਾ, ਆਸਟ੍ਰੇਲੀਆ ਦਾ ਕਾਉਂਸਲਰ ਦਾ ਕੁਆਲੀਫਿਕੇਸ਼ਨ ਹੈ। ਅਸੀਂ ਏਰੀ ਮੈਂਬਰ ਹਾਂ, ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਦੇ ਮੈਂਬਰ ਹਾਂ, ਐਂਡ ਅਦਰ ਨੰਬਰ ਆਫ ਕੁਆਲੀਫਿਕੇਸ਼ਨਸ ਵੀ। ਅਤੇ ਜਿਹੜੇ ਲਾਇਸੈਂਸਿਸ ਨੇ ਇਹਦੇ ਲਈ ਪ੍ਰੋਪਰ ਐਗਜ਼ਾਮਸ ਹੁੰਦੇ ਨੇ? ਯਾ, ਇਹਦੇ ਲਈ ਐਗਜ਼ਾਮਸ ਵੀ ਹੁੰਦੇ ਆ। ਇਸ ਤੋਂ ਇਲਾਵਾ ਕੰਟੀਨਿਊਸ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨੀ ਪੈਂਦੀ ਹੈ ਸਾਨੂੰ, ਔਨਲਾਈਨ ਸਟੱਡੀ ਸਾਨੂੰ ਕੰਟੀਨਿਊਸ ਕਰਨਾ ਪੈਂਦਾ। ਅਤੇ ਐਗਜ਼ਾਮ ਵੀ ਹੁੰਦਾ, ਇਹਦਾ ਰਿਨਿਊਵਲ ਹੁੰਦਾ ਹਰ ਸਾਲ, ਪਰਮਾਨੈਂਟ ਵੈਲਿਡ ਨਹੀਂ ਹੁੰਦਾ। ਅਤੇ ਕਾਫੀ ਸਾਰੇ ਲੋਕ ਅਪਲਾਈ ਕਰਦੇ ਹੋਣਗੇ ਲਾਇਸੈਂਸਿਸ ਲਈ? ਇਹ ਲਾਇਸੈਂਸਿਸ ਇੰਡੀਆ ਦੇ ਵਿੱਚ ਤਾਂ ਕਾਫੀ ਘੱਟ ਹੈਗੇ ਜੀ। ਇੰਡੀਆ ਦੇ ਵਿੱਚ ਆਈ ਥਿੰਕ ਜੋ ਮਾਈਗ੍ਰੇਸ਼ਨ ਏਜੰਟ ਮਾਰਾ ਦੇ ਲਾਇਸੈਂਸ ਹੈ ਅਰਾਊਂਡ 30 ਹੈਗੇ ਆ ਟੋਟਲ ਪੂਰੇ ਇੰਡੀਆ ਦੇ ਵਿੱਚ। ਜੋ IE ਇਮੀਗ੍ਰੇਸ਼ਨ ਐਡਵਾਈਜ਼ਰੀ ਅਥਾਰਟੀ ਨਿਊਜ਼ੀਲੈਂਡ ਦਾ, ਉਹ ਸਿਰਫ ਫੁੱਲ ਲਾਇਸੈਂਸ ਜੋ ਹੈਗੇ ਉਹ 12 ਹੈਗੇ ਇੰਡੀਆ ਦੇ ਵਿੱਚ। ਨਾਰਥ ਇੰਡੀਆ ਦੇ ਵਿੱਚ ਸਿਰਫ 4 ਕੋਲ ਹੈ। ਅਤੇ ਤੁਸੀਂ ਲੋਕ ਸਿਰਫ ਸਟੂਡੈਂਟ ਵੀਜ਼ਾ ਵਿੱਚ ਡੀਲ ਕਰਦੇ ਹੋ? ਯਾ, ਅਸੀਂ ਸਟੂਡੈਂਟ ਵੀਜ਼ਾ ਦੇ ਵਿੱਚ ਹੀ ਡੀਲ ਕਰਦੇ ਹਾਂ ਜੀ। ਓਕੇ, ਅਤੇ ਕਿਹੜੀ ਕੰਟਰੀਜ਼ ਵਿੱਚ ਡੀਲ ਕਰਦੇ ਹੋ? ਅਸੀਂ ਆਲ ਇੰਗਲਿਸ਼ ਸਪੀਕਿੰਗ ਕੰਟਰੀਜ਼ ਕਰਦੇ ਹਾਂ ਜੀ ਲਗਭਗ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, UK, ਆਇਰਲੈਂਡ, ਸਿੰਗਾਪੁਰ, ਇਹ ਸਭ। ਅਤੇ ਅੱਜ ਅਸੀਂ ਕਿਹੜੀ ਕੰਟਰੀਜ਼ ਬਾਰੇ ਗੱਲ ਕਰਾਂਗੇ? ਅਸੀਂ ਗੱਲ ਕਰਾਂਗੇ ਜੀ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਸਿੰਗਾਪੁਰ ਦੀ। ਅਤੇ ਫਿਰ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਤੋਂ। ਸਭ ਤੋਂ ਪਹਿਲਾਂ ਮੈਨੂੰ ਆਸਟ੍ਰੇਲੀਆ ਬਾਰੇ ਕੁਝ ਦੱਸੋ, ਕਿੱਦਾਂ ਦੀ ਕੰਟਰੀ ਹੈ? ਐਜ਼ ਅ ਕੰਟਰੀ ਇੱਕ ਡਿਵੈਲਪਡ ਕੰਟਰੀ ਹੈਗਾ ਆਸਟ੍ਰੇਲੀਆ। ਇੱਕ ਆਪਾਂ ਇਹ ਦੇਖ ਸਕਦੇ ਹਾਂ ਕਿ ਅਗਰ ਰਹਿਣ ਲਈ ਸਭ ਤੋਂ ਵਧੀਆ ਕੰਟਰੀ ਕਿਹੜਾ ਹੈ ਵਰਲਡ ਦਾ, ਉਹਦੇ ਲਈ ਇੱਕ UNDP ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦਾ ਇੱਕ ਇੰਡੈਕਸ ਹੁੰਦਾ ਜਿਹਨੂੰ ਹਿਊਮਨ ਡਿਵੈਲਪਮੈਂਟ ਇੰਡੈਕਸ ਕਹਿੰਦੇ ਆ। ਕਿ ਜਿਹੜਾ ਇਹ ਕੰਟਰੀ ਹੈਗਾ ਉਹਨਾਂ ਦੀ ਰੈਂਕਿੰਗ ਕਰਦੇ ਆ ਸਾਰੇ ਕੰਟਰੀਜ਼ ਦੀ, ਕਿ ਉੱਥੇ ਲਿਵਿੰਗ ਸਟੈਂਡਰਡ ਕੀ ਆ, ਅਰਨਿੰਗ ਸਟੈਂਡਰਡ ਕੀ ਆ, ਹੈਲਥ ਕੇਅਰ ਫੈਸਿਲਿਟੀਜ਼ ਕੀ ਆ, ਐਜੂਕੇਸ਼ਨ ਫੈਸਿਲਿਟੀਜ਼ ਜਾਂ ਨੰਬਰ ਆਫ ਅਦਰ ਫੈਕਟਰਸ, ਲਾਈਫ ਐਕਸਪੈਕਟੈਂਸੀ ਐਂਡ ਆਲ, ਲਿਟਰੇਸੀ ਰੇਟ, ਇਹ ਸਭ ਨੂੰ ਦੇਖ ਕੇ ਰੈਂਕਿੰਗ ਕਰਦੇ ਆ। ਅਤੇ ਆਸਟ੍ਰੇਲੀਆ ਨੰਬਰ 2 'ਤੇ ਆਉਂਦਾ ਵਰਲਡ ਦੇ ਵਿੱਚ। ਨੰਬਰ 1 'ਤੇ ਕਿਹੜਾ? ਨੰਬਰ 1 'ਤੇ ਨਾਰਵੇ ਹੈ ਜੀ। ਨੰਬਰ 2 'ਤੇ ਆਸਟ੍ਰੇਲੀਆ ਹੈਗਾ, ਤਾਂ ਮਤਲਬ ਆਸਟ੍ਰੇਲੀਆ ਸੈਕਿੰਡ ਬੈਸਟ ਕੰਟਰੀ ਹੈਗਾ ਵਰਲਡ ਦਾ ਫॉर ਲਿਵਿੰਗ ਜਨਰਲ ਲਾਈਫ, ਮਤਲਬ ਲਾਈਫ, ਐਜੂਕੇਸ਼ਨ, ਹੈਲਥ, ਅਰਨਿੰਗ, ਐਵਰੀਥਿੰਗ। ਅਤੇ ਤੁਸੀਂ ਲੋਕ ਕਿਹੜੇ ਕੋਰਸਿਸ ਵਿੱਚ ਬੱਚਿਆਂ ਨੂੰ ਭੇਜਦੇ ਹੋ ਆਸਟ੍ਰੇਲੀਆ? ਕੋਰਸ ਜਨਰਲੀ ਬੱਚੇ ਦੇ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਜੀ, ਉਹ ਕੀ ਕਰਨਾ ਚਾਹੁੰਦਾ। ਜ਼ਿਆਦਾਤਰ ਲੇਕਿਨ ਸਟੂਡੈਂਟਸ ਬਿਜ਼ਨਸ, ਇਨਫੋਰਮੇਸ਼ਨ ਟੈਕਨੋਲੋਜੀ, ਹੌਸਪੀਟੈਲਿਟੀ, ਟੂਰਿਜ਼ਮ, ਇੰਜੀਨੀਅਰਿੰਗ, ਹੈਲਥ ਕੇਅਰ, ਨੰਬਰ ਆਫ ਐਵਰੀਥਿੰਗ ਆਲਮੋਸਟ। ਜਦੋਂ ਬੱਚਾ ਤੁਹਾਡੇ ਆਫਿਸ ਵਿੱਚ ਆਉਂਦਾ ਹੈ, ਕਿੱਦਾਂ ਪ੍ਰੋਸੈਸ ਸ਼ੁਰੂ ਹੁੰਦਾ ਹੈ? ਬੱਚਾ ਫਸਟ ਆਫ ਆਲ ਤਾਂ ਉਹਨੂੰ ਅੰਡਰਸਟੈਂਡ ਕਰਨ ਤੋਂ ਸਟਾਰਟ ਹੁੰਦਾ ਜੀ ਸਾਡਾ ਪ੍ਰੋਸੈਸ। ਇੱਕ ਅਸੈਸਮੈਂਟ ਫਾਰਮ ਹੁੰਦਾ, ਅਸੀਂ ਉਹ ਭਰਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਇੱਕ ਅੰਡਰਸਟੈਂਡ ਕਰਦੇ ਹਾਂ ਕਿ ਉਹਦੀ ਰਿਕੁਆਇਰਮੈਂਟ ਕੀ ਆ। ਸੋ ਇਟਸ ਅ ਕੁਐਸਚਨ ਆਨਸਰ ਸੈਸ਼ਨ, ਡਿਸਕਸ਼ਨ ਹੁੰਦੀ ਹੈ ਜਿਹਨੂੰ ਕਾਉਂਸਲਿੰਗ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਕਿ ਬੱਚੇ ਦੀ ਰਿਕੁਆਇਰਮੈਂਟ ਕੀ ਆ ਅਤੇ ਉਹਨੂੰ ਕੀ ਸੂਟ ਕਰਦਾ, ਉਹ ਸੁਜੈਸ਼ਨਸ ਦਿੰਦੇ ਹਾਂ। ਫਿਰ ਉਹ ਆਪਣੀਆਂ ਵੀ ਦੱਸਦੇ ਆ ਪ੍ਰੈਫਰੈਂਸਿਸ, ਫਿਰ ਉਹ ਡਿਸਾਈਡ ਹੁੰਦਾ ਕਿ ਉਹਨੇ ਕੀ ਕਰਨਾ। ਦਿਸ ਇਜ਼ ਕਾਉਂਸਲਿੰਗ ਪ੍ਰੋਸੈਸ। ਫਿਰ ਉਸਦਾ ਐਡਮਿਸ਼ਨ ਪ੍ਰੋਸੈਸ ਹੁੰਦਾ ਜੀ, ਯੂਨੀਵਰਸਿਟੀ ਨੂੰ ਐਪਲੀਕੇਸ਼ਨ ਜਾਂਦੀ ਹੈ ਪ੍ਰੋਪਰ ਕੰਪਲੀਟ ਵਿਦ ਐਵਰੀ ਰਿਸਪੈਕਟ। ਫਿਰ ਉਹ ਤੁਹਾਡਾ ਐਡਮਿਸ਼ਨ ਹੋ ਜਾਂਦਾ ਤਾਂ ਤੁਸੀਂ ਵੀਜ਼ਾ ਲਈ ਅਪਲਾਈ ਕਰਦੇ ਹੋ, ਡਿਪੈਂਡਿੰਗ ਔਨ ਕਿਹੜੇ ਕੰਟਰੀ ਲਈ ਕਰ ਰਹੇ। ਨਿਊਜ਼ੀਲੈਂਡ ਲਈ ਤੁਸੀਂ ਐਡਮਿਸ਼ਨ ਹੋਣ ਤੋਂ ਬਾਅਦ ਸਟ੍ਰੇਟ ਵੇ ਅਪਲਾਈ ਕਰ ਸਕਦੇ ਹੋ। ਆਸਟ੍ਰੇਲੀਆ ਲਈ ਤੁਹਾਨੂੰ ਪਹਿਲਾਂ ਸਰਟੀਫਿਕੇਟ ਆਫ ਐਨਰੋਲਮੈਂਟ ਲੈਣਾ ਪੈਂਦਾ, ਉਹਦੇ ਲਈ ਤੁਹਾਨੂੰ 1 ਸਮੈਸਟਰ ਦੀ ਫੀਸ ਪੇ ਕਰਨੀ ਪੈਂਦੀ ਹੈ।
ਕੈਨੇਡਾ ਵੀ ਤੁਹਾਨੂੰ 1 ਸਮੈਸਟਰ ਦੀ ਫੀਸ ਪਲੱਸ GIC ਅਕਾਊਂਟ ਖੋਲ੍ਹਣਾ ਪੈਂਦਾ। ਸਿੰਗਾਪੁਰ ਦੇ ਵਿੱਚ ਵੀ ਜੋ ਤੁਹਾਡੀ ਫੀਸ ਹੁੰਦੀ ਆ ਉਹ ਵੀਜ਼ਾ ਤੋਂ ਬਾਅਦ ਹੁੰਦੀ ਹੈ, ਨਿਊਜ਼ੀਲੈਂਡ ਦੇ ਵਿੱਚ ਵੀ ਬਾਅਦ ਵਿੱਚ ਹੁੰਦੀ ਹੈ। ਅੱਛਾ, ਰਿਕੁਆਇਰਮੈਂਟਸ ਕੀ ਨੇ ਅਗਰ ਬੱਚੇ ਨੇ ਆਸਟ੍ਰੇਲੀਆ ਜਾਣਾ ਹੈ? ਆਸਟ੍ਰੇਲੀਆ ਲਈ ਅਗਰ ਤੁਸੀਂ 12th ਪਾਸ ਜਾਂ ਅੰਡਰ ਗ੍ਰੈਜੂਏਟ ਲਈ ਜਾਣਾ, ਬੈਚਲਰ ਡਿਗਰੀ ਦੇ ਵਿੱਚ ਵੀਜ਼ਾ ਮਿਲਦਾ, ਜਾਂ ਤੁਸੀਂ ਬੈਚਲਰ ਡਿਗਰੀ ਦੇ ਵਿੱਚ D2D ਵੀ ਲੈ ਸਕਦੇ ਹੋ, ਡਿਪਲੋਮਾ ਫਸਟ ਈਅਰ ਦੈਨ ਲੀਡਿੰਗ ਟੂ ਡਿਗਰੀ, 2 ਸਾਲ ਦਾ ਤੁਹਾਡਾ ਡਿਗਰੀ ਪ੍ਰੋਗਰਾਮ ਹੋਏਗਾ। ਉਹਦੀ ਜੋ ਬੇਸਿਕ ਡਿਪਲੋਮਾ ਟੂ ਡਿਗਰੀ ਦੀ ਰਿਕੁਆਇਰਮੈਂਟ IELTS 5.5 ਹੈ, 10+2 ਦੇ ਵਿੱਚ ਸੈਕੰਡ ਡਿਵੀਜ਼ਨ ਮਿਨੀਮਮ ਹੋਣਾ ਚਾਹੀਦਾ। ਅਗਰ ਲੇਕਿਨ ਤੁਹਾਡਾ IELTS ਘੱਟ ਹੈ, ਅਰਾਊਂਡ 5 ਹੈਗਾ, ਤਾਂ ਤੁਸੀਂ ELICOS ਲੈ ਸਕਦੇ ਹੋ, ਇੰਗਲਿਸ਼ ਲੈਂਗੁਏਜ ਇੰਟੈਂਸਿਵ ਕੋਰਸ ਫॉर ਓਵਰਸੀਜ਼ ਸਟੂਡੈਂਟਸ। ਇਹਨੂੰ EAP ਵੀ ਕਹਿੰਦੇ, ਇੰਗਲਿਸ਼ ਫॉर ਅਕੈਡਮਿਕ ਪਰਪਸਿਸ। ਤੁਸੀਂ ਇੰਗਲਿਸ਼ ਇੰਪਰੂਵ ਕਰਕੇ ਫਿਰ ਫਰਦਰ ਸਟੱਡੀ ਕਰ ਸਕਦੇ ਹੋ। ਅਗਰ ਡਾਇਰੈਕਟ ਐਂਟਰੀ ਬੈਚਲਰ ਦੇ ਵਿੱਚ ਜਾਣਾ ਤਾਂ IELTS 6 ਚਾਹੀਦਾ, no less than 5.5। ELICOS ਉਹਦੇ ਵਿੱਚ ਵੀ ਅਗੇਨ ਪ੍ਰੋਵੀਜ਼ਨ ਹੈਗੀ ਆਸਟ੍ਰੇਲੀਆ ਦੇ ਵਿੱਚ। ਅਗਰ ਤੁਸੀਂ ਮਾਸਟਰਸ ਡਿਗਰੀ ਲਈ ਜਾਣਾ, ਉੱਥੇ ਇਹ ਡਿਪੈਂਡ ਕਰਦਾ ਹੁਣ ਮਾਸਟਰਸ ਡਿਗਰੀ ਕਿਹੜੇ ਮਾਸਟਰ ਡਿਗਰੀ ਦੇ ਵਿੱਚ ਜਾਣਾ। ਜਨਰਲੀ ਜੇ ਤੁਸੀਂ MBA ਜਾਣਾ ਤਾਂ ਕੁਛ MBA ਕੁਛ ਪ੍ਰੋਗਰਾਮਸ ਦੇ ਵਿੱਚ ਵਰਕ ਐਕਸਪੀਰੀਅੰਸ ਰਿਕੁਆਇਰਡ ਹੁੰਦਾ। ਅਗਰ ਤੁਸੀਂ ਪਬਲਿਕ ਹੈਲਥ 'ਚ ਜਾਣਾ, ਤੁਹਾਡੀ ਬੈਕਗਰਾਊਂਡ ਹੈਲਥ ਕੇਅਰ ਨਾਲ ਰਿਲੇਟਡ ਡਿਗਰੀ ਹੋਣੀ ਚਾਹੀਦੀ ਹੈ। ਮਾਸਟਰ ਆਫ ਇੰਜੀਨੀਅਰਿੰਗ 'ਚ ਜਾਣਾ, ਬੈਚਲਰ ਡਿਗਰੀ ਉਹਦੇ ਵਿੱਚ ਚਾਹੀਦੀ ਹੈ ਫਸਟ ਡਿਵੀਜ਼ਨ, ਐਂਡ IELTS 6.5 ਚਾਹੀਦਾ। ਅਗਰ ਤੁਹਾਡਾ ਲੇਕਿਨ ਘੱਟ ਹੈ IELTS ਤਾਂ ਤੁਸੀਂ ਇੰਗਲਿਸ਼ ਲੈ ਸਕਦੇ ਹੋ। ਬੱਚੇ ਬਟ ਜ਼ਿਆਦਾਤਰ ਮੈਨੂੰ ਲੱਗਦਾ ਪ੍ਰੈਫਰ ਲੌਂਗ ਟਰਮ ਕੋਰਸਿਸ ਹੀ ਕਰਦੇ ਹੋਣਗੇ ਐਜ਼ ਕੰਪੇਅਰਟਿਵਲੀ ਟੂ ਸ਼ਾਰਟ ਟਰਮ ਕੋਰਸਿਸ ਇਨ ਆਸਟ੍ਰੇਲੀਆ। ਬੱਚੇ ਤਾਂ ਸ਼ਾਰਟ ਟਰਮ ਪ੍ਰੈਫਰ ਕਰਦੇ ਆ, ਬਟ ਸ਼ਾਰਟ ਟਰਮ ਦੇ ਵਿੱਚ ਵੀਜ਼ਾ ਨਹੀਂ ਮਿਲਦਾ ਜੀ। ਵੀਜ਼ਾ ਮਿਲਦਾ ਲੌਂਗ ਟਰਮ ਦੇ ਵਿੱਚ। ਬਟ ਕਿਉਂ ਨਹੀਂ ਮਿਲਦਾ ਵੀਜ਼ਾ? ਪਾਲਿਸੀ ਹੈ ਜੀ, ਇਹ ਪਾਲਿਸੀ ਹੈ ਕਿ ਮਤਲਬ ਇੰਡੀਆ ਵਰਗੇ ਡਿਵੈਲਪਿੰਗ ਕੰਟਰੀ ਤੋਂ ਬੱਚਾ ਹੈ ਕਿ ਛੋਟਾ ਜਿਹਾ ਕੋਰਸ ਕਰਨ ਕਿਉਂ ਆਏਗਾ ਆਸਟ੍ਰੇਲੀਆ। ਉਹ ਸੀਰੀਅਸ ਨਹੀਂ ਹੈ, ਮਤਲਬ ਪੜ੍ਹਨ ਬਾਰੇ ਕੋਈ ਉਹਦਾ ਇੰਟਰਸਟ ਨਹੀਂ ਹੈਗਾ। ਮੇਬੀ ਉਹ ਇਮੀਗ੍ਰੈਂਟ ਆ, ਜਾਂ ਉਹ ਕੰਮ ਕਰਨ ਲਈ ਆ ਰਿਹਾ। ਜੇ ਉਹ ਸਟੱਡੀ ਕਰਨ ਲਈ ਆਏਗਾ ਤਾਂ ਮਿਨੀਮਮ ਬੈਚਲਰ ਡਿਗਰੀ ਲਈ ਵੀਜ਼ਾ ਮਿਲ ਰਿਹਾ ਜੀ, ਜਾਂ ਮਾਸਟਰਸ ਡਿਗਰੀ ਲਈ ਮਿਲ ਰਿਹਾ। ਡਿਪਲੋਮਾਸ ਲਈ ਹਾਲੇ ਵੀਜ਼ਾ ਨਹੀਂ ਮਿਲ ਰਿਹਾ। ਲੇਕਿਨ ਡਿਪਲੋਮਾ ਨੂੰ ਅਗਰ ਤੁਸੀਂ ਡਿਗਰੀ ਨਾਲ ਪੈਕੇਜ ਕਰਕੇ ਕਰਨਾ ਚਾਹੁੰਦੇ ਹੋ, ਉਹ ਕਰ ਸਕਦੇ ਹੋ, ਉਹਦੀ ਆਪਸ਼ਨ ਅਵੇਲੇਬਲ ਹੈ। ਅਤੇ ਆਸਟ੍ਰੇਲੀਆ ਦੀ ਐਮਬੈਸੀ ਦੀਆਂ ਪੋਲਿਸੀਜ਼ ਵੀ ਚੇਂਜ ਹੁੰਦੀਆਂ ਹੋਣਗੀਆਂ, ਅਤੇ ਹੁਣ ਕੋਈ ਪੋਲਿਸੀ ਚੇਂਜ ਹੋਈ ਹੈ? ਰੀਸੈਂਟ ਕੋਈ ਪੋਲਿਸੀ ਚੇਂਜ ਨਹੀਂ ਹੈ ਜੀ। SBP ਚੱਲ ਰਿਹਾ ਲਾਸਟ ਈਅਰ ਤੋਂ, 1 ਸਾਲ ਹੋ ਗਿਆ, ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ। ਹਾਂ, ਥੋੜ੍ਹਾ ਜਿਹਾ ਚੇਂਜ ਇਹ ਹੋ ਰਿਹਾ 24 ਮਾਰਚ ਤੋਂ ਕਿ ਇਹਦੇ ਵੀ ਲਿਸਟ ਥੋੜ੍ਹੀ ਐਕਸਟੈਂਡ ਹੋਈ ਹੈ। SBP ਦੀ ਲਿਸਟ ਦੇ ਵਿੱਚ ਹੋਰ ਯੂਨੀਵਰਸਿਟੀ ਕਾਲਜਿਸ ਆ ਰਹੇ ਆ, ਈਵਨ ਟੇਪਸ ਆ ਰਿਹਾ, ਕੁਛ ਪ੍ਰਾਈਵੇਟ ਕਾਲਜਿਸ ਆ ਰਿਹਾ ਜਿਨ੍ਹਾਂ ਦੀ ਫੀਸ ਥੋੜ੍ਹੀ ਘੱਟ ਹੈ। ਅਗਰ ਤੁਸੀਂ ਯੂਨੀਵਰਸਿਟੀ ਦੀ ਐਜੂਕੇਸ਼ਨ ਨਹੀਂ ਅਫੋਰਡ ਕਰ ਸਕਦੇ, ਜ਼ਿਆਦਾ ਫੀਸ ਤੁਹਾਨੂੰ ਦੇਣੀ ਪੈਂਦੀ ਸੀ SBP 'ਚ ਜਾਣ ਲਈ, ਹੁਣ ਤੁਸੀਂ ਮੇਬੀ ਘੱਟ ਫੀਸ ਨਾਲ ਜਾ ਸਕਦੇ ਹੋ। ਅਤੇ ਤੁਸੀਂ ਕਿੱਦਾਂ ਦੇ ਕਾਲਜਿਸ ਵਿੱਚ ਡੀਲ ਕਰਦੇ ਹੋ, ਪ੍ਰਾਈਵੇਟ ਗਵਰਨਮੈਂਟ ਬੋਥ, ਕਿ ਕੋਈ ਸਪੈਸੀਫਿਕੇਸ਼ਨ ਹੈਗੀ ਹੈ? ਪ੍ਰਾਈਵੇਟ ਗਵਰਨਮੈਂਟ ਇੰਨਾ ਮੈਟਰ ਨਹੀਂ ਕਰਦਾ ਜੀ, ਐਕਚੁਅਲੀ ਕੁਆਲਿਟੀ ਸਟੈਂਡਰਡ ਮੈਟਰ ਕਰਦਾ ਹੈਗਾ। ਅਗਰ ਉਹ ਪ੍ਰਾਈਵੇਟ ਵੀ ਹੈ ਲੇਕਿਨ ਯੂਨੀਵਰਸਿਟੀ ਦੇ ਅੰਡਰ ਹੈ ਤਾਂ ਇਟਸ ਗੁੱਡ ਜਨਰਲੀ। ਲੇਕਿਨ ਅਸੀਂ ਵੁੱਡ ਵੀ ਪ੍ਰੈਫਰ ਇਜ਼ ਕਿ ਆਸਟ੍ਰੇਲੀਆ ਦੇ ਵਿੱਚ ਜੋ ਯੂਨੀਵਰਸਿਟੀਜ਼ ਆ ਮੋਸਟਲੀ ਗਵਰਨਮੈਂਟ ਓਨਡ ਹੈ, ਬਹੁਤ ਥੋੜ੍ਹੀਆਂ 1-2 ਪ੍ਰਾਈਵੇਟ ਹੈ, ਅਤੇ ਅਸੀਂ ਗਵਰਨਮੈਂਟ ਓਨਡ ਯੂਨੀਵਰਸਿਟੀਜ਼ ਨਾਲ ਕੰਮ ਕਰਦੇ ਹਾਂ। ਇੱਕ TAFE ਹੁੰਦੀ ਆ, ਟੈਕਨੀਕਲ ਐਂਡ ਫਰਦਰ ਐਜੂਕੇਸ਼ਨ, ਜਿਸ ਤਰ੍ਹਾਂ ਆਪਣੇ IITs ਹੁੰਦੇ ਆ ਟੈਕਨੀਕਲ ਟ੍ਰੇਨਿੰਗ ਲਈ, ਉਹਨਾਂ ਨਾਲ ਕੰਮ ਕਰਦੇ ਹਾਂ ਜ਼ਿਆਦਾ। ਅਤੇ ਅਗਰ ਕਿਸੇ ਬੱਚੇ ਨੇ ਯੂਨੀਵਰਸਿਟੀ ਨਹੀਂ ਪੜ੍ਹਨਾ, ਉਹਦੀ ਕੋਈ ਹੋਰ ਆਲਟਰਨੇਟ ਹੈ? ਹੁਣ ਤਾਂ ਆਲਟਰਨੇਟ SBP ਦੇ ਵਿੱਚ ਵੀ ਆ ਗਿਆ ਜੀ, ਤੁਸੀਂ TAFEs ਦੇ ਵਿੱਚ ਜਾ ਸਕਦੇ ਹੋ, ਕਾਲਜਿਸ ਦੇ ਵਿੱਚ ਜਾ ਸਕਦੇ ਹੋ। ਈਵਨ ਤੁਸੀਂ ਨੋਨ SBP ਵੀ ਚੂਜ਼ ਕਰ ਸਕਦੇ ਹੋ। 573 ਸਬ ਕਲੌਜ਼ ਹੈ ਜੋ ਅਸੈਸਮੈਂਟ ਲੈਵਲ 3 ਹੈ, ਉਹਦੇ ਵਿੱਚ ਵੀ ਵੀਜ਼ਾ ਮਿਲ ਜਾਂਦਾ। ਥੋੜ੍ਹੇ ਇਹ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਜ਼ਿਆਦਾ ਦਿਖਾਣੇ ਪੈਂਦੇ ਆ ਵੀਜ਼ਾ ਲਈ ਫੰਡਸ ਜਿਹੜੇ। ਅਤੇ ਫਾਈਨੈਂਸ਼ੀਅਲਸ ਦੀ ਕੀ ਰਿਕੁਆਇਰਮੈਂਟ ਹੈ, ਅਸੀਂ ਤੁਹਾਡੇ ਤੋਂ ਜਾਣਾਂਗੇ, ਬਟ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਾ, ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਨੰਬਰ 'ਤੇ ਕਾਲ ਕਰ ਸਕਦੇ ਹੋ। ਤੁਸੀਂ ਕੰਗ ਜੀ ਦੇ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ। ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਈਮੇਲ ID 'ਤੇ ਭੇਜ ਸਕਦੇ ਹੋ। ਅੱਛਾ ਕੰਗ ਸਾਹਿਬ, ਫਾਈਨੈਂਸ਼ੀਅਲਸ ਫੰਡਸ ਦੀ ਕੀ ਰਿਕੁਆਇਰਮੈਂਟ ਹੈ? ਆਸਟ੍ਰੇਲੀਆ ਦੇ ਵਿੱਚ SBP ਦੇ ਵਿੱਚ ਤੁਹਾਨੂੰ ਫਸਟ 12 ਮੰਥਸ ਦੇ ਲਿਵਿੰਗ ਐਂਡ ਟਿਊਸ਼ਨ ਫੀ ਦਿਖਾਣੀ ਹੁੰਦੀ ਹੈ। ਲਿਵਿੰਗ ਕਾਸਟ ਜੋ ਮੇਨ ਐਪਲੀਕੈਂਟ ਦੀ ਹੈ ਲਗਭਗ $18,600 ਹੈ। ਜੋ ਡਿਪੈਂਡੈਂਟ ਹੈ, ਅਗਰ ਉਹ ਸਪਾਊਸ ਵੀਜ਼ਾ 'ਤੇ ਜਾ ਰਿਹਾ, ਡਿਪੈਂਡੈਂਟ ਦੀ $6,300 ਹੈ। $2,000 ਟਰੈਵਲਿੰਗ ਕਾਸਟ ਹੈ ਪਰ ਪਰਸਨ। ਇਸ ਤੋਂ ਇਲਾਵਾ ਫਸਟ ਈਅਰ ਦੀ ਜਿੰਨੀ ਟਿਊਸ਼ਨ ਫੀ ਹੈ ਇਨਟੂ ਜੋ ਵੀ ਡਾਲਰ ਦਾ ਰੇਟ ਚੱਲਦਾ 55 ਦੇ ਅਰਾਊਂਡ ਅੱਜ ਕੱਲ੍ਹ ਆਸਟ੍ਰੇਲੀਅਨ ਡਾਲਰ ਚੱਲ ਰਿਹਾ, ਤਾਂ ਉਨੀ ਅਮਾਊਂਟ ਤੁਹਾਨੂੰ ਦਿਖਾਣੀ ਪਏਗੀ। ਐਜੂਕੇਸ਼ਨ ਲੋਨ ਦੀ ਫਾਰਮ 'ਚ, ਜਾਂ ਪੇਰੈਂਟਸ ਗਵਰਨਮੈਂਟ EMPLOYEE ਆ ਤਾਂ PF GPF ਦੀ ਫਾਰਮ ਦੇ ਵਿੱਚ ਹੋ ਸਕਦਾ, ਜਾਂ ਤੁਹਾਡੇ ਕੋਲ ਸ਼ੇਅਰਸ ਵਗੈਰਾ ਤਾਂ ਉਹਨੂੰ ਲਿਕੁਇਡੇਟ ਕਰ ਲਓ, ਤੁਸੀਂ ਸੈਲ ਕਰ ਰਹੇ ਹੋ, ਜਾਂ ਮਤਲਬ ਤੁਹਾਡੇ ਕੋਲ ਪ੍ਰੋਪਰ ਸੇਵਿੰਗਸ ਹੋਣੀਆਂ ਚਾਹੀਦੀਆਂ 3 months old। ਅਤੇ ਅਗਰ ਪੜ੍ਹਾਈ ਤੋਂ ਬਾਅਦ ਬੱਚੇ ਨੇ ਉੱਥੇ ਪਰਮਾਨੈਂਟਲੀ ਸੈੱਟ ਹੋਣਾ, ਕੀ ਪ੍ਰੋਸੀਜਰ ਹੈ? ਤੁਸੀਂ ਲੋਕ ਹੈਲਪ ਕਰਦੇ ਹੋ? ਅਗਰ ਉਹਨੇ ਪਰਮਾਨੈਂਟਲੀ ਸੈਟਲ ਹੋਣਾ ਤਾਂ ਉਹਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਜੀ। ਅਗਰ ਤੁਸੀਂ ਅੰਡਰ ਗ੍ਰੈਜੂਏਟ ਡਿਗਰੀ ਕਰਦੇ ਆ ਤਾਂ ਤੁਹਾਨੂੰ ਮਿਲਦਾ ਹੈ 2 years ਪੋਸਟ ਸਟੱਡੀ ਵਰਕ। ਜੇ ਤੁਸੀਂ ਮਾਸਟਰਸ ਡਿਗਰੀ ਕਰਦੇ ਆ ਤਾਂ ਤੁਹਾਨੂੰ 3 years ਮਿਲਦਾ।
ਅਗਰ ਤੁਸੀਂ ਮਾਸਟਰਸ ਰਿਸਰਚ ਜਾਂ PhD ਕਰਦੇ ਆ ਤਾਂ 4 ਇਅਰਸ ਮਿਲ ਰਿਹਾ। ਇਸ ਟਾਈਮ ਦੇ ਦੌਰਾਨ ਅਗਰ ਤੁਸੀਂ ਕੋਈ ਰੈਲੇਵੈਂਟ ਜੌਬ ਫਾਈਂਡ ਕਰ ਲੈਂਦੇ ਆ ਤੇ ਪੁਆਇੰਟ ਸਿਸਟਮ ਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਆ ਸਕਿਲਡ ਮਾਈਗ੍ਰੇਸ਼ਨ ਲਈ। ਓਕੇ, ਅੱਛਾ, ਇਹ ਤਾਂ ਗੱਲ ਹੋਈ ਆਸਟ੍ਰੇਲੀਆ ਦੀ। ਆਸਟ੍ਰੇਲੀਆ ਬਾਰੇ ਕੁਝ ਹੋਰ ਜਾਣਕਾਰੀ ਦੇਣਾ ਚਾਹੋਗੇ ਤੁਸੀਂ ਦਰਸ਼ਕਾਂ ਨੂੰ ਜਿਹੜੀ ਰਹਿ ਗਈ? ਆਸਟ੍ਰੇਲੀਆ ਬਾਰੇ, ਆਸਟ੍ਰੇਲੀਆ ਦੇ ਵਿੱਚ ਜੋ ਵੀਜ਼ਾ ਪ੍ਰੋਸੈਸ ਹੁੰਦਾ ਜੀ, ਉਹ ਇੱਕ ਪੇਪਰ ਵੀਜ਼ਾ ਹੁੰਦਾ। ਨਿਊ ਦਿੱਲੀ ਐਮਬੈਸੀ ਦੇ ਵਿੱਚ ਕੇਸਿਸ ਫਾਈਲ ਹੁੰਦੇ ਆ, ਉਹਨਾਂ ਦਾ ਪ੍ਰੋਸੈਸਿੰਗ ਟਾਈਮ ਬਹੁਤ ਲੰਬਾ ਹੈ, ਬੜੀ ਹਰਾਸਮੈਂਟ ਹੁੰਦੀ ਹੈ। ਅਸੀਂ ਜਨਰਲੀ ਆਨਲਾਈਨ ਵੀਜ਼ਾਸ ਕਰਦੇ ਹਾਂ, ਉਹ ਥੋੜ੍ਹਾ ਕਾਫੀ ਕਨਵੀਨੀਅੰਟ ਹੈਗਾ, ਬਹੁਤ ਜਲਦੀ ਅਪਰੂਵ ਹੋ ਜਾਂਦਾ। ਇੱਕ ਤਾਂ ਆਨਲਾਈਨ ਵੀਜ਼ਾ ਚੂਜ਼ ਕਰਨਾ ਚਾਹੀਦਾ ਸਟੂਡੈਂਟਸ ਨੂੰ। ਦੂਸਰਾ, ਸਟੂਡੈਂਟ ਹੁਣ ਨੋਨ SBP ਦੇ ਵਿੱਚ ਵੀ ਵੀਜ਼ਾਸ ਮਿਲ ਜਾਂਦੇ, ਉਹ ਵੀ ਚੂਜ਼ ਕਰ ਸਕਦੇ। ਉਹਦੀ ਫੀਸ 30 to 40% ਘੱਟ ਹੈ ਯੂਨੀਵਰਸਿਟੀ ਨਾਲੋਂ। ਅਗਰ ਤੁਹਾਡਾ ਇੰਨਾ ਬਜਟ ਨਹੀਂ ਹੈ, ਤੁਸੀਂ ਜ਼ਿਆਦਾ ਪੈਸੇ ਨਹੀਂ ਸਪੈਂਡ ਕਰਨੇ, ਤੁਸੀਂ ਘੱਟ ਵਾਲੇ ਦੇ ਵਿੱਚ ਵੀ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਪਾਊਸ ਵੀਜ਼ਾਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਮਿਲ ਜਾਂਦਾ, ਬਟ ਤੁਹਾਡੀ ਮੈਰਿਜ 6 ਮੰਥ ਹੋਲਡ ਹੋਣੀ ਚਾਹੀਦੀ ਆ, ਤੁਹਾਡੇ ਕੋਲ ਸਾਰੇ ਪੇਪਰ ਹੋਣੇ ਚਾਹੀਦੇ ਆ, ਸੋਸ਼ਲ ਐਂਡ ਲੀਗਲ ਮੈਰਿਜ ਦੇ ਸਾਰੇ ਪ੍ਰੂਫਸ ਹੋਣੇ ਚਾਹੀਦੇ ਆ। ਤੇ ਹੁਣ ਨਿਊਜ਼ੀਲੈਂਡ ਬਾਰੇ ਮੈਂ ਜਾਣਨਾ ਚਾਹਾਂਗੀ। ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਨਿਊਜ਼ੀਲੈਂਡ ਬਹੁਤ ਹੀ ਸੋਹਣੀ ਕੰਟਰੀ ਹੈ। ਸੋਹਣੀ ਕੰਟਰੀ ਦੇ ਇਲਾਵਾ ਹੋਰ ਕੀ ਖਾਸੀਅਤ ਹੈ ਇਸ ਕੰਟਰੀ ਦੀ? ਨਿਊਜ਼ੀਲੈਂਡ ਦੇ ਵਿੱਚ ਆਪਾਂ ਆਈ ਥਿੰਕ ਡਿਸਕਸ ਕੀਤਾ ਪਹਿਲਾਂ ਵੀ ਪ੍ਰੋਗਰਾਮਸ ਦੇ ਵਿੱਚ ਕਿ ਜੋ ਨਿਊਜ਼ੀਲੈਂਡ ਦੀ ਜੋ GDP ਆ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆ, ਜੋ ਪੂਰੀ ਇਕੋਨਮੀ ਪ੍ਰੋਡਿਊਸ ਕਰਦੀ ਆ, ਅਰਾਊਂਡ 300 ਬਿਲੀਅਨ ਪ੍ਰੋਡਿਊਸ ਕਰਦੇ ਆ, ਜੋ 45 ਲੱਖ ਲੋਕ ਹੈਗੇ, ਸਿਰਫ 45 ਲੱਖ ਪਾਪੂਲੇਸ਼ਨ ਹੈ। ਇੰਡੀਆ ਦੇ ਵਿੱਚ ਅਸੀਂ 125 ਕਰੋੜ ਬੰਦੇ ਜਿਹੜੇ ਆ, ਉਹ 1.5 ਟ੍ਰਿਲੀਅਨ 1500 ਮਤਲਬ ਬਿਲੀਅਨ ਕਰਦੇ ਆ। ਤਾਂ ਤੁਸੀਂ ਦੇਖ ਲਓ ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ। ਐਂਡ ਜੋ ਪਰ ਕੈਪੀਟਾ ਇਨਕਮ ਕਾਫੀ ਹਾਈ ਆ, ਸਟੈਂਡਰਡ ਆਫ ਲਿਵਿੰਗ ਬਹੁਤ ਹਾਈ ਆ ਨਿਊਜ਼ੀਲੈਂਡ ਦੇ ਵਿੱਚ। ਐਂਡ ਨੋ ਡਾਊਟ ਐਜੂਕੇਸ਼ਨ ਜੋ ਸਟੈਂਡਰਡ ਹੈ ਬਹੁਤ ਹਾਈ ਆ। ਨਿਊਜ਼ੀਲੈਂਡ ਦੇ ਵਿੱਚ ਸਿਰਫ 8 ਹੀ ਯੂਨੀਵਰਸਿਟੀਜ਼ ਹੈ ਜੀ, ਸਿਰਫ ਟੋਟਲ ਪੂਰੇ ਨਿਊਜ਼ੀਲੈਂਡ ਦੇ ਵਿੱਚ। ਲੇਕਿਨ ਉਹ 8 ਦੀਆਂ 8 ਵਰਲਡ ਰੈਂਕਿੰਗ ਦੇ ਵਿੱਚ ਆਉਂਦੀਆਂ, 500 ਦੇ ਵਿੱਚ, ਟੌਪ 500 ਦੇ ਵਿੱਚ। ਇੰਡੀਆ ਦੇ ਮੇਰੇ ਖਿਆਲ ਨਾਲ ਇੰਡੀਆ ਦੇ ਵਿੱਚ ਇੰਨੀਆਂ ਯੂਨੀਵਰਸਿਟੀਜ਼ ਆ, 500 ਦੇ ਵਿੱਚ 1 ਜਾਂ 2 ਆਉਂਦੀਆਂ। ਦੈਟਸ ਇਟ। ਤੇ ਉਹਦਾ ਮਤਲਬ ਐਜੂਕੇਸ਼ਨ ਸਿਸਟਮ ਉੱਥੇ ਆਬਵੀਅਸਲੀ ਕਾਫੀ ਹਾਈ ਹੈ, ਕਾਫੀ ਕੁਆਲਿਟੀ ਹੈ ਉੱਥੇ ਦੀ। ਕਿੱਦਾਂ ਦੇ ਕੋਰਸਿਸ ਕਰਨ ਬੱਚੇ ਨੂੰ ਉੱਥੇ ਜਾਣਾ ਚਾਹੀਦਾ? ਬੱਚਿਆਂ ਨੂੰ ਡਿਪੈਂਡ ਕਰਦਾ, ਅਗਰ ਤਾਂ ਪੜ੍ਹਨਾ ਚਾਹੁੰਦੇ ਆ ਸੀਰੀਅਸਲੀ, ਪੜ੍ਹ ਕੇ ਉੱਥੇ ਸੈਟਲ ਹੋਣਾ ਚਾਹੁੰਦੇ ਆ, ਫਿਰ ਤਾਂ ਉੱਥੇ ਕੋਰਸਿਸ ਹੋਰ ਬਹੁਤ ਅੱਛੇ ਆ, ਜਿਸ ਤਰ੍ਹਾਂ ਇੰਜੀਨੀਅਰਿੰਗ ਦੇ ਪ੍ਰੋਗਰਾਮਸ ਹੈ, ਸਿਵਲ, ਮਕੈਨੀਕਲ, ਇਲੈਕਟ੍ਰੀਕਲ, ਇਹਦੇ ਵਿੱਚ ਕਾਫੀ ਅੱਛਾ ਸਕੋਪ ਆ। ਈਵਨ ਸਿਵਲ ਇੰਜੀਨੀਅਰਿੰਗ ਦਾ ਜੋ ਡਿਪਲੋਮਾ ਕਰਦੇ ਆ ਸਟੂਡੈਂਟਸ, ਉਹਨਾਂ ਨੂੰ ਜੋ ਉੱਥੇ ਦੀਆਂ ਲੋਕਲ ਕੰਸਟਰਕਸ਼ਨ ਕੰਪਨੀਜ਼ ਆ, ਉਹ ਈਵਨ 2nd ਈਅਰ 'ਚ ਹਾਇਰ ਕਰ ਲੈਂਦੀਆਂ ਉਹਨਾਂ ਨੂੰ ਐਜ਼ ਅ ਟ੍ਰੇਨੀ, ਐਂਡ ਉਹਨਾਂ ਦੀ ਫੀ ਵੀ ਸਪੋਂਸਰ ਕਰ ਦਿੰਦੇ ਕਈ ਵਾਰ। ਸਾਡੇ ਇੱਕ ਸਟੂਡੈਂਟ ਦਾ ਇਸ ਤਰ੍ਹਾਂ ਹੋਇਆ ਸੀ, ਉਹਦੀ ਫੀਸ ਸਪੋਂਸਰ ਕਰਤੀ ਸੀ ਉਹਨਾਂ ਨੇ, ਐਂਡ ਉਹਨੂੰ PR ਬਹੁਤ ਈਜ਼ੀਲੀ ਮਿਲ ਗਈ ਸੀ। ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੱਛੇ ਪ੍ਰੋਗਰਾਮਸ ਆ। ਵਾਈਨ ਐਂਡ ਵਿਟੀਕਲਚਰ, ਕਿਉਂਕਿ ਨਿਊਜ਼ੀਲੈਂਡ ਮੇਰੇ ਖਿਆਲ ਨਾਲ ਟੌਪ 5 ਦੇ ਵਿੱਚ ਆਉਂਦਾ ਵਾਈਨ ਐਕਸਪੋਰਟਰਸ ਦੇ ਵਿੱਚ। ਜੋ ਈਵਨ ਜੋ ਵਾਈਨ ਕੁਆਲਿਟੀ ਹੈ ਨਿਊਜ਼ੀਲੈਂਡ ਦੀ, ਉਹ ਫਰਾਂਸ ਤੋਂ ਵੀ ਉੱਪਰ ਚਲੀ ਗਈ ਆ। ਪਹਿਲਾਂ ਫਰਾਂਸ ਨੂੰ ਬੈਸਟ, ਫਰਾਂਸ ਦੀ ਵਾਈਨ ਨੂੰ ਬੈਸਟ ਮੰਨਿਆ ਜਾਂਦਾ ਸੀ ਵਰਲਡ ਦੇ ਵਿੱਚ, ਹੁਣ ਨਿਊਜ਼ੀਲੈਂਡ ਦੀ ਵਾਈਨ ਨੂੰ ਮੰਨਿਆ ਜਾਂਦਾ। ਤਾਂ ਅਗਰ ਤੁਸੀਂ ਵਾਈਨ ਐਂਡ ਵਿਟੀਕਲਚਰ ਜਾਂ ਇੱਕ ਵਾਈਨ ਦਾ ਕੋਰਸ ਹੁੰਦਾ, ਵਾਈਨ ਮੇਕਿੰਗ ਦਾ ਡਿਪਲੋਮਾ, ਉਹ ਤੁਸੀਂ ਕਰਦੇ ਹੋ ਤਾਂ ਬਹੁਤ ਅੱਛਾ ਤੁਹਾਡਾ ਸਕੋਪ ਹੈਗਾ ਜੌਬਸ ਦਾ। ਇਸ ਤੋਂ ਇਲਾਵਾ ਹੋਰ ਵੀ ਤੁਸੀਂ ਕੋਈ ਟੈਕਨੀਕਲ ਕੋਰਸ, ਨਰਸਿੰਗ ਵਗੈਰਾ, ਨਰਸਿੰਗ, ਐਜੂਕੇਸ਼ਨ, ਟੀਚਿੰਗ ਬਹੁਤ ਅੱਛਾ ਉੱਥੇ ਸਿਸਟਮ। ਸਾਡੇ ਵੀ ਲੋਕ ਇੱਥੇ B.Ed ਕਰ ਲੈਂਦੇ ਮੈਨੂੰ, ਲੇਕਿਨ ਜਨਰਲੀ ਜੋ ਮੈਂ ਦੇਖਿਆ ਉਹਨਾਂ ਨੂੰ ਫਿਰ ਵੀ ਪੜ੍ਹਾਉਣਾ ਨਹੀਂ ਆਉਂਦਾ ਹੁੰਦਾ ਉੱਥੇ, ਲੇਕਿਨ ਬਹੁਤ ਅੱਛੀ ਟ੍ਰੇਨਿੰਗ ਦਿੰਦੇ ਆ ਤੁਹਾਨੂੰ ਕਿ ਬੱਚਿਆਂ ਨੂੰ ਪੜ੍ਹਾਉਣਾ ਕਿੱਦਾਂ। ਐਜੂਕੇਸ਼ਨ ਸਿਸਟਮ ਬਹੁਤ ਅੱਛਾ ਹੈ। ਤੁਸੀਂ ਗ੍ਰੈਡ ਡਿਪਲੋਮਾ ਇਨ ਐਜੂਕੇਸ਼ਨ ਕਰ ਲੈਂਦੇ ਆ, ਆਲਮੋਸਟ ਤੁਹਾਡੀ ਜੌਬ ਸ਼ੋਰ ਹੈਗੀ। ਟੀਚਰਸ ਦੀ ਸ਼ਾਰਟੇਜ ਹੈਗੀ ਆ ਉੱਥੇ। ਅੱਛਾ, ਨਰਸਿੰਗ ਕਰ ਲੈਂਦੇ ਆ, ਉਹਦੇ ਵਿੱਚ ਸ਼ਾਰਟੇਜ ਆ। ਤੁਸੀਂ ਕੁਝ ਥੋੜਾ ਡਿਫਰੈਂਟ ਕਰੋ ਕੋਰਸ। ਜੇ ਤੁਹਾਡਾ ਮਕਸਦ ਉੱਥੇ ਕਿ ਜਾ ਕੇ ਕਿ ਕੰਮ ਕਰਨਾ ਪਰ ਸੈਟਲ ਵੀ ਹੋਣਾ, ਤੁਹਾਡੀ ਸਟੱਡੀ ਘੱਟ ਕਰਨੀ ਆ, ਫਿਰ ਬਿਜ਼ਨਸ IT ਦੇ ਕੋਰਸਿਸ ਲੈ ਸਕਦੇ ਆ ਤੁਸੀਂ ਪ੍ਰਾਈਵੇਟ ਕਾਲਜਿਸ ਦੇ ਵਿੱਚ, ਘੱਟ ਫੀਸ ਵਾਲੇ, ਘੱਟ ਪੜ੍ਹਾਈ ਵਾਲੇ। ਬਟ ਡਿਪੈਂਡ ਕਰਦਾ ਕਿ ਤੁਹਾਡਾ ਫਿਊਚਰ ਗੋਲ ਕੀ ਹੈ, ਉਹਦੇ ਤੇ ਡਿਪੈਂਡ ਕਰਦਾ। ਪਰ ਉਹ ਵੀ ਅਗਰ ਅਸੀਂ ਨਰਸਿੰਗ ਕਰਦੇ ਹਾਂ ਜਾਂ ਜਿਵੇਂ ਤੁਸੀਂ ਕਿਹਾ ਵਾਈਨ ਮੇਕਿੰਗ ਕਰਦੇ ਹਾਂ, ਇਹ ਕਰਨ ਤੋਂ ਬਾਅਦ ਵੀ ਬੱਚਾ ਉੱਥੇ ਸੈੱਟ ਹੋ ਸਕਦਾ, ਬਿਕੋਜ਼ ਓਪਰਚੁਨਿਟੀਜ਼ ਮੈਨੂੰ ਲੱਗਦਾ ਕਾਫੀ ਹੋਣਗੀਆਂ। ਇਹਦੇ ਵਿੱਚ ਜ਼ਿਆਦਾ ਈਜ਼ੀਲੀ ਸੈਟਲ ਹੋ ਸਕਦਾ, ਬਟ ਇਹਦੇ ਵਿੱਚ ਪੜ੍ਹਨਾ ਪੈਂਦਾ। ਫਿਰ ਇਹਦੇ 'ਚ ਹੋ ਸਕਦਾ ਤੁਸੀਂ ਫੇਲ ਵੀ ਹੋ ਰਹੇ ਹੋ। ਅੱਛਾ, ਪੜ੍ਹਦੇ ਥੋੜੀ ਟਫ ਹੁੰਦੀ ਹੈ ਸਟੱਡੀ, ਥੋੜਾ ਧਿਆਨ ਦਿਓ। ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਐਜੂਕੇਸ਼ਨ, ਤਾਂ ਤੁਹਾਨੂੰ ਅੱਛੀ ਕੁਆਲਿਟੀ ਪੋਲੀਟੈਕਸ ਯੂਨੀਵਰਸਿਟੀ ਦੇ ਵਿੱਚ ਜਾ ਕੇ ਕੁਆਲਿਟੀ ਐਜੂਕੇਸ਼ਨ ਲੈਣੀ ਚਾਹੀਦੀ ਹੈ। ਤੇ ਜਿਹੜੀ ਤੁਸੀਂ ਵਾਈਨ ਮੇਕਿੰਗ ਕੋਰਸ ਦੀ ਗੱਲ ਕਰ ਰਹੇ ਹੋ, ਐਕਸਪੈਂਸਿਵ ਹੈ? No, not expensive. ਫੀ ਨੋਮੀਨਲ ਹੈਗੀ ਉਹਦੀ। ਓਕੇ, ਸਟੱਡੀ ਮੇ ਵੀ ਥੋੜੀ ਹਾਰਡ ਹੋਏਗੀ, ਸਾਇੰਸ ਦੇ ਸਟੂਡੈਂਟਸ ਲਈ ਹੈ ਸਿਰਫ। ਓਕੇ, ਇਸ ਤੋਂ ਇਲਾਵਾ ਤੁਸੀਂ ਗ੍ਰੈਡ ਡਿਪਲੋਮਾ ਇਨ ਅਕਾਊਂਟਿੰਗ ਕਰ ਸਕਦੇ ਆ। ਜੇ ਤੁਸੀਂ B.Com ਤੁਹਾਡੀ ਬੈਕਗਰਾਊਂਡ ਹੈ, ਉਹ ਤੁਹਾਡਾ ਤੁਸੀਂ ਲੋਕਲ ਜਿੱਦਾਂ ਇੰਡੀਆ ਦੇ ਵਿੱਚ CA ਹੁੰਦਾ, ਇਸ ਤਰ੍ਹਾਂ ਤੁਸੀਂ ਅਕਾਊਂਟੈਂਟ ਬਣ ਜਾਂਦੇ, ਚਾਰਟਰਡ ਅਕਾਊਂਟੈਂਟ। ਓਕੇ, ਉਹਦੇ ਕੁਝ ਐਗਜ਼ਾਮਸ ਹੈਗੇ, ਤਾਂ ਅਨਲਿਮਿਟਿਡ ਸਕੋਪ ਹੈਗਾ ਨਿਊਜ਼ੀਲੈਂਡ ਦੇ ਵਿੱਚ ਸੈਲਰੀ। ਅੱਛਾ, ਕੀ ਰਿਕੁਆਇਰਮੈਂਟਸ ਨੇ ਅਗਰ ਬੱਚੇ ਨੇ ਨਿਊਜ਼ੀਲੈਂਡ ਜਾਣਾ ਹੈ, ਸਪੈਸ਼ਲੀ ਅਗਰ ਉਹਨੇ ਨਰਸਿੰਗ ਕਰਨੀ ਹੈ ਜਾਂ ਵਾਈਨ ਮੇਕਿੰਗ ਕੋਰਸ ਕਰਨਾ ਹੈ, ਇੱਦਾਂ ਦੇ ਕੋਰਸ ਕਰਨੇ ਹੈ ਜੋ ਕਰਨ ਤੋਂ ਬਾਅਦ ਉਹ ਉੱਥੇ ਸੈੱਟ ਹੋ ਜਾਏ? ਇਸ ਤਰ੍ਹਾਂ ਦੇ ਪ੍ਰੋਗਰਾਮਸ ਕਰਨ ਲਈ ਆਈ ਥਿੰਕ ਵੈਸੇ ਤਾਂ IELTS ਵੇਵਰ ਮਿਲ ਜਾਂਦਾ ਜੀ ਪ੍ਰਾਈਵੇਟ ਕਾਲਜਿਸ ਵਿੱਚ, ਗਵਰਨਮੈਂਟ ਦੇ ਵਿੱਚ ਵੀ ਮਿਲ ਜਾਂਦਾ, ਬਟ ਹੋ ਸਕਦਾ
ਨਰਸਿੰਗ ਪ੍ਰੋਗਰਾਮ ਦੇ ਵਿੱਚ ਨਹੀਂ ਆਈ ਥਿੰਕ ਮਿਲੇਗਾ ਆਇਲਸ ਵੇਵਰ। ਉਹ ਇਹ ਜਾਣਨਾ ਹੀ ਚਾਹਣਗੇ ਕਿ ਤੁਹਾਡਾ ਇੰਗਲਿਸ਼ ਸਟੈਂਡਰਡ ਕੀ ਹੈਗਾ, ਇੰਗਲਿਸ਼ ਤੁਹਾਨੂੰ ਕਿੰਨੀ ਆਉਂਦੀ ਹੈ, ਕਿਉਂਕਿ ਨਰਸਿੰਗ ਇੱਕ ਥੋੜਾ ਹੈਲਥ ਕੇਅਰ ਨਾਲ ਰਿਲੇਟਡ ਹੋ ਗਿਆ, ਲੋਕਾਂ ਨਾਲ ਕਮਿਊਨੀਕੇਸ਼ਨ ਜ਼ਰੂਰੀ ਹੋ ਗਿਆ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ, ਉਹ ਚੈੱਕ ਕਰਨਗੇ। ਵਾਈਨ ਐਂਡ ਵਿਟੀਕਲਚਰ ਦੇ ਵਿੱਚ ਹੋ ਸਕਦਾ ਤੁਹਾਨੂੰ ਮਿਲ ਜੇ ਆਇਲਸ ਦੇ ਵਿੱਚ ਵੇਵਰ। ਤਾਂ ਆਇਲਸ ਦੀ ਅੱਜ ਕੱਲ੍ਹ ਕੋਈ ਖਾਸ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਤੁਹਾਡੇ ਮਾਰਕਸ ਅੱਛੇ ਹੋਣੇ ਚਾਹੀਦੇ ਆ 10th 12th ਦੇ ਵਿੱਚ, ਫਿਰ ਤੁਸੀਂ ਅੱਛਾ ਕੋਰਸ ਚੂਜ਼ ਕਰ ਸਕਦੇ ਹੋ ਉੱਥੇ ਜਾਂ ਗ੍ਰੈਜੂਏਸ਼ਨ ਦੇ ਵਿੱਚ। ਤੇ ਨਿਊਜ਼ੀਲੈਂਡ ਵੀ ਸਪਾਊਸ ਜਾ ਸਕਦੇ ਨਾਲ? ਨਿਊਜ਼ੀਲੈਂਡ ਸਪਾਊਸ ਜਾ ਸਕਦਾ, ਲੇਕਿਨ ਕਿਸ ਵੀਜ਼ਾ ਤੇ ਜਾ ਸਕਦਾ? ਜੇ ਤੁਹਾਡਾ ਕੋਰਸ ਲੈਵਲ ਲੇਟ ਹੈ, ਪੀਜੀ ਡਿਪਲੋਮਾ ਜਾਂ ਹਾਇਰ, ਜਾਂ ਤੁਹਾਡਾ ਕੋਰਸ ਲੌਂਗ ਟਰਮ ਸਕਿੱਲ ਸ਼ਾਰਟੇਜ ਲਿਸਟ ਦੇ ਵਿੱਚ ਹੈ, ਫਿਰ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਆਪਣੇ ਸਪਾਊਸ ਦਾ। ਅਦਰਵਾਈਜ਼ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ, ਜਾ ਸਕਦੇ ਹੋ। ਤੇ ਕੁਝ ਹੋਰ ਨਿਊਜ਼ੀਲੈਂਡ ਦਾ ਖਾਸ ਉਹਦੀਆਂ ਕੋਈ ਪਾਲਿਸੀਜ਼ ਚੇਂਜ ਹੋਈਆਂ ਐਮਬੈਸੀ ਦੀਆਂ, ਕੁਝ ਅਪਡੇਟ ਹੋਇਆ? ਹਾਂਜੀ, ਨਿਊਜ਼ੀਲੈਂਡ ਨੇ ਹੁਣ ਇੱਕ ਨਵੀਂ ਪਾਲਿਸੀ ਸਟਾਰਟ ਕੀਤੀ, ਆਈਪੀਪੀ ਪ੍ਰੋਗਰਾਮ, ਇੰਡਸਟਰੀ ਪਾਇਲਟ ਪਾਰਟਨਰਸ਼ਿਪ। ਇਹ ਜਸਟ ਲਾਈਕ ਐਸਬੀਪੀ ਹੈਗਾ ਆਸਟ੍ਰੇਲੀਆ ਦਾ। ਇਹਦੇ ਵਿੱਚ ਕੁਝ ਪਾਰਟਨਰਸ ਇਹਨਾਂ ਨੇ ਸਿਲੈਕਟ ਕੀਤੇ ਇਮੀਗ੍ਰੇਸ਼ਨ ਨੇ, ਕੁਝ ਯੂਨੀਵਰਸਿਟੀਜ਼, ਗਵਰਨਮੈਂਟ ਪੋਲੀਟੈਕਸ ਹੈਗੇ ਲਿਸਟ ਦੇ ਵਿੱਚ। ਅਗਰ ਉਹਨਾਂ ਦੇ ਵਿੱਚ ਤੁਹਾਡਾ ਐਡਮਿਸ਼ਨ ਹੋ ਜਾਂਦਾ ਤਾਂ ਆਲਮੋਸਟ ਤੁਹਾਡਾ ਵੀਜ਼ਾ ਇਜ਼ ਆਲਮੋਸਟ ਸ਼ੋਰ। ਅੱਛਾ, ਮਤਲਬ ਤੁਹਾਨੂੰ ਪ੍ਰੋਵਾਈਡਰ ਸਿਲੈਕਟ ਕਰੇਗਾ, ਇਮੀਗ੍ਰੇਸ਼ਨ ਦੀ ਬੜੀ ਲਿਮਟਿਡ ਇਹਦੇ ਵਿੱਚ ਇੰਟਰਫੀਰੈਂਸ ਹੋਏਗੀ ਵੀਜ਼ਾ ਦੇਣ ਦੇ ਮਾਮਲੇ ਦੇ ਵਿੱਚ। ਤੇ ਇੰਟਰਵਿਊ ਹੁੰਦੀ ਹੈ ਨਿਊਜ਼ੀਲੈਂਡ ਦੇ ਵੀਜ਼ਾ ਦੀ? ਜਨਰਲੀ ਇੰਟਰਵਿਊ ਨਹੀਂ ਆਉਂਦਾ, 100 ਚੋਂ ਇੱਕ ਨੂੰ ਆ ਜਾਂਦਾ ਜੀ ਕਈ ਵਾਰ। ਉਹ ਵੀ ਅਗਰ ਡਾਊਟ ਹੋਏ ਉਹਨਾਂ ਨੂੰ ਤਾਂ? ਡਾਊਟ ਜਾਂ ਵੈਸੇ ਰੈਂਡਮ ਕਿਸੇ ਨੂੰ ਤਾਂ ਕਰਨਾ ਹੁੰਦਾ ਜੀ। ਹਾਂਜੀ। ਤੇ ਸਕਸੈਸ ਰੇਟ ਕਿੰਨਾ ਹੈਗਾ ਅਗਰ ਤੁਹਾਡੀ ਕੰਪਨੀ ਦੇ ਥਰੂ, ਤੁਹਾਡੀ ਆਰਗੇਨਾਈਜੇਸ਼ਨ ਦੇ ਥਰੂ ਅਸੀਂ ਅਪਲਾਈ ਕਰਦੇ ਹਾਂ? ਜਨਰਲੀ ਸਾਡਾ 90% ਆਉਂਦਾ। ਅਗਰ ਰੀਸੈਂਟ ਦੇਖੀਏ ਪਿਛਲੇ 2-3 ਮਹੀਨੇ ਦਾ 100 ਆ ਰਿਹਾ ਜੀ। ਕੋਈ ਵੀ ਰਿਜੈਕਸ਼ਨ ਨਹੀਂ ਹੈ ਨਿਊਜ਼ੀਲੈਂਡ ਦਾ, ਸਭ ਵੀਜ਼ਾਸ ਅਪਰੂਵਡ ਆ। ਕਿੰਨਾ ਕੁ ਟਾਈਮ ਲੱਗ ਜਾਂਦਾ ਵੀਜ਼ਾ 'ਚ? 15 to 20 ਡੇਜ਼ ਲੱਗਦੇ ਆ ਜੀ ਜਨਰਲੀ, ਦੈਟਸ ਇਟ। ਕੋਈ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਦਾ। ਓਕੇ, ਤੇ ਜਿਹੜੀ ਰਿਜੈਕਸ਼ਨ ਹੁੰਦੀ ਹੈ ਉਹਦੇ ਜ਼ਿਆਦਾਤਰ ਕਾਰਨ ਕੀ ਹੁੰਦੇ ਨੇ? ਰਿਜੈਕਸ਼ਨ ਦਾ ਕਾਰਨ ਜਨਰਲੀ ਇਹ ਹੋ ਸਕਦਾ ਕਿ ਮਿਸਲੀਡ ਕਰਨ ਦੀ ਅਗਰ ਕੋਈ ਕੋਸ਼ਿਸ਼ ਕਰੇ ਸਟੂਡੈਂਟ, ਫੇਕ ਡਾਕੂਮੈਂਟ ਬਣਾ ਲਏ ਆਪਣੇ ਅਕੈਡਮਿਕਸ ਜਾਂ ਫਾਈਨੈਂਸ਼ੀਅਲਸ। ਇਹੀ ਰੀਜ਼ਨ। ਤੇ ਉਹ ਜਦੋਂ ਤੁਹਾਡੇ ਕੋਲ ਪੇਪਰਸ ਆਉਂਦੇ ਨੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਫੇਕ ਨੇ? ਅਸੀਂ ਹੁਣ ਵੈਰੀਫਾਈ ਕਰਦੇ ਹਾਂ ਜੀ। ਪਹਿਲਾਂ ਅਸੀਂ ਅਰਾਊਂਡ ਸਾਲ ਕੁ ਪਹਿਲਾਂ ਸਾਡੇ ਨਾਲ ਇਹ ਹੋਇਆ ਕਿ ਸਟੂਡੈਂਟ ਨੇ ਫੇਕ ਡਾਕੂਮੈਂਟ ਦਿੱਤੇ, ਅਸੀਂ ਲਗਾਤੇ ਇਮੀਗ੍ਰੇਸ਼ਨ ਦੇ ਵਿੱਚ, ਵੀਜ਼ਾ ਰਿਜੈਕਟ ਹੋ ਗਿਆ। ਇਮੀਗ੍ਰੇਸ਼ਨ ਸਾਨੂੰ ਪੁੱਛੇ ਕਿ ਵਾਟ ਹੈਪਨਡ, ਕਿ ਕਿੱਦਾਂ ਤੁਸੀਂ ਇਹ ਲਗਾਤੇ। ਹੁਣ ਅਸੀਂ ਵੈਰੀਫਾਈ ਕਰਦੇ ਹਾਂ, ਵੈਰੀਫਾਈ ਕਰਕੇ ਉਹਦੀ ਰਿਪੋਰਟ ਵੀ ਲਗਾਉਂਦੇ ਹਾਂ ਨਾਲ। ਅਗਰ ਉਹ ਜੈਨੂਇਨ ਹੁੰਦਾ ਤਾਂ ਹੀ ਉਹ ਕੇਸ ਇਮੀਗ੍ਰੇਸ਼ਨ ਦੇ ਵਿੱਚ ਜਾਂਦਾ। ਮਤਲਬ ਕਿਤੇ ਨਾ ਕਿਤੇ ਤੁਹਾਡੇ ਲੋਕਾਂ ਦਾ ਵੀ ਪ੍ਰੋਫਾਈਲ ਆਬਵੀਅਸਲੀ ਖਰਾਬ ਹੁੰਦਾ ਹੋਵੇ। ਖਰਾਬ ਹੁੰਦਾ ਜੀ, ਯਾ ਡੈਫੀਨਿਟਲੀ ਖਰਾਬ। ਤੇ ਅਗਰ ਰਿਜੈਕਟਡ ਕੇਸਿਸ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਨੂੰ ਵੀ ਕੰਸੀਡਰ ਕਰਦੇ ਹੋ ਕਿ ਸੋਚ ਵਿਚਾਰ ਕਰ ਸਕਦੇ ਹਾਂ? ਯਾ ਇਟ ਡਿਪੈਂਡਸ ਕਿ ਰਿਜੈਕਸ਼ਨ ਦੇ ਰੀਜ਼ਨਸ ਕੀ ਆ। ਰਿਜੈਕਸ਼ਨ ਲੈਟਰ ਦੇਖ ਕੇ ਅਸੀਂ ਦੇਖ ਸਕਦੇ ਹਾਂ। ਅੱਛਾ, ਕੈਨੇਡਾ ਦੀ ਅਸੀਂ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਾ, ਜੇ ਅਗਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਕੰਗ ਜੀ ਦੇ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ। ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤੇ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਈਮੇਲ ਆਈਡੀ ਤੇ ਭੇਜ ਸਕਦੇ ਹੋ। ਕੰਗ ਜੀ, ਕੈਨੇਡਾ ਦਾ ਕੀ ਹਾਲ ਚਾਲ ਚੱਲ ਰਿਹਾ ਅੱਜ ਕੱਲ੍ਹ? ਕੈਨੇਡਾ ਦਾ ਕਾਫੀ ਅੱਛਾ ਜੀ ਹਾਲ ਚਾਲ, ਹੁਣ ਹੋਰ ਅੱਛਾ ਹੋ ਜਾਣਾ। ਜੂਨ ਦੇ ਵਿੱਚ ਨਵੇਂ ਰੂਲਸ ਆ ਰਹੇ ਜੀ ਸਟੱਡੀ ਵੀਜ਼ਾ ਦੇ। ਓਕੇ, ਬੈਟਰ ਹੋ ਰਹੇ ਨੇ ਕਿ ਸਟ੍ਰਿਕਟ ਹੋ ਰਹੇ? ਈਜ਼ੀ ਹੋ ਰਿਹਾ। ਈਜ਼ੀ ਹੋ ਰਿਹਾ, ਹਾਂਜੀ। ਕਿਉਂਕਿ ਪਹਿਲਾਂ ਐਸਪੀਪੀ ਹੁੰਦਾ ਸੀ, ਸਟੂਡੈਂਟ ਪਾਰਟਨਰ ਪ੍ਰੋਗਰਾਮ ਜਿਹੜਾ ਹੈ, ਉਹਦੇ ਵਿੱਚ ਕੁਝ ਲਿਮਟਿਡ ਕਾਲਜ ਸੀ ਤੁਹਾਡੇ ਕੋਲ ਜੋ ਆਪਸ਼ਨ ਸੀਗੀ। ਹੁਣ ਬਹੁਤ ਸਾਰੇ ਆਮ ਕਾਲਜਸ ਨੂੰ ਆਈ ਥਿੰਕ ਵੀਜ਼ਾ ਮਿਲ ਜਾਏਗਾ ਜੂਨ ਤੋਂ ਬਾਅਦ। ਓਕੇ, ਪ੍ਰਾਈਵੇਟ ਕਾਲਜਸ ਵੀ, ਕਰੀਅਰ ਕਾਲਜਸ ਵੀ, ਤੁਹਾਨੂੰ ਪੋਸਟ ਸਟੱਡੀ ਵਰਕ ਵੀ ਉਹੀ ਕੰਡੀਸ਼ਨਸ ਰਹਿਣਗੀਆਂ। ਉਹਨਾਂ ਦੀ ਆਈ ਥਿੰਕ ਫੀ ਘੱਟ ਹੋਏਗੀ ਤੇ ਈਵਨ ਉਹਨਾਂ ਦੀ ਐਂਟਰੀ ਰਿਕੁਆਇਰਮੈਂਟਸ ਵੀ ਥੋੜ੍ਹੀਆਂ ਫਲੈਕਸੀਬਲ ਹੋ ਜਾਣਗੀਆਂ ਜੋ ਲੱਗਦਾ। ਓਕੇ, ਜੂਨ ਤੋਂ ਬਾਅਦ। ਹਾਂਜੀ। ਅੱਛਾ, ਬੱਚਾ ਡਿਸਾਈਡ ਕਿਵੇਂ ਕਰਦਾ ਕਿ ਮੈਂ ਕਿਹੜੀ ਕੰਟਰੀ ਵਿੱਚ ਜਾਣਾ? ਤੁਸੀਂ ਲੋਕ ਉਹਨਾਂ ਨੂੰ ਗਾਈਡ ਕਰਦੇ ਹੋ ਕਿ ਉਹ ਖੁਦ ਮਾਈਂਡ ਮੇਕਅਪ ਕਰਕੇ ਆਉਂਦੇ ਨੇ ਕਿ ਮੈਂ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ? ਬੱਚਿਆਂ ਦਾ ਆਪਣਾ ਹੀ ਡਿਸੀਜਨ ਹੁੰਦਾ ਜੀ, ਉਹ ਕਿੱਥੇ ਜਾਣਾ ਚਾਹੁੰਦੇ ਆ ਸਾਨੂੰ ਆ ਕੇ ਦੱਸਦੇ ਆ। ਕਈ ਵਾਰੀ ਇੱਦਾਂ ਹੁੰਦਾ ਬੱਚਾ ਕਹਿੰਦਾ ਮੈਂ ਕੈਨੇਡਾ ਜਾਣਾ, ਲੇਕਿਨ ਉਹਦੀਆਂ ਕੁਆਲੀਫਿਕੇਸ਼ਨਸ ਇੱਦਾਂ ਦੀਆਂ ਨਹੀਂ ਹੁੰਦੀਆਂ, ਜਾਂ ਜਿਹੜੇ ਕਾਲਜ ਵਿੱਚ ਉਹ ਜਾਣਾ ਚਾਹੁੰਦਾ ਉੱਥੇ ਕੁਆਲੀਫਾਈ ਨਹੀਂ ਕਰਦਾ, ਫਿਰ ਤੁਸੀਂ ਲੋਕ ਉਹਨੂੰ ਆਲਟਰਨੇਟ ਵੀ ਦਿੰਦੇ ਹੋ ਕਿ ਤੁਸੀਂ ਕੈਨੇਡਾ ਰਹਿਣ ਦਿਓ, ਨਿਊਜ਼ੀਲੈਂਡ ਚਲੇ ਜਾਓ, ਕੁਛ ਇੱਦਾਂ ਦਾ ਆਪਸ਼ਨ? ਅਸੀਂ ਆਲਟਰਨੇਟ ਦੇ ਸਕਦੇ ਹਾਂ ਅਗਰ ਉਹ ਮੰਗੇ ਤਾਂ, ਆਈ ਥਿੰਕ। ਅਦਰਵਾਈਜ਼ ਸਾਡੀ ਇਹ ਜੌਬ ਨਹੀਂ ਹੈ ਉਹਨੂੰ ਆਲਟਰਨੇਟ ਦੇਣ ਦੀ। ਅਗਰ ਉਹ ਕਹਿੰਦਾ ਹੈ ਕਿ ਮੈਂ ਕਰਨਾ ਚਾਹੁੰਦਾ ਹੋਰ ਕਿਤੇ ਸ਼ਿਫਟ, ਯੈਸ ਵੀ ਕੈਨ ਗਿਵ। ਅਦਰਵਾਈਜ਼ ਸਟੂਡੈਂਟ ਖੁਦ ਹੀ ਚੂਜ਼ ਕਰਦੇ ਆ ਜੀ, ਜਾਂ ਉਹਨਾਂ ਦੇ ਰਿਲੇਟਿਵਸ, ਫਰੈਂਡਸ ਦੱਸਦੇ ਆ ਕਿੱਥੇ ਤੁਹਾਨੂੰ ਆਉਣਾ ਚਾਹੀਦਾ, ਕੀ ਪੜ੍ਹਨਾ ਚਾਹੀਦਾ। ਬਟ ਮੈਂ ਇੱਕ ਚੀਜ਼ ਕਾਮਨ ਨੋਟਿਸ ਕੀਤੀ ਹੈ ਕਿ ਜ਼ਿਆਦਾ ਅਵੇਅਰ ਨਹੀਂ ਹੁੰਦੇ ਸਟੂਡੈਂਟਸ ਕਿ ਅਗਰ ਉਹਨਾਂ ਨੂੰ ਪੁੱਛੋ ਤੁਸੀਂ ਤੂੰ ਕੈਨੇਡਾ ਸਟੱਡੀ ਕਰਨ ਜਾਣਾ ਤਾਂ ਕਿਉਂ ਜਾਣਾ, ਦੇ ਡੋਂਟ ਨੋ। ਜਨਰਲੀ ਦੇ ਡੋਂਟ ਨੋ ਆਸਟ੍ਰੇਲੀਆ ਕਿਉਂ ਜਾਣਾ ਜਾਂ ਨਿਊਜ਼ੀਲੈਂਡ ਹੀ ਕਿਉਂ ਜਾਣਾ। ਜ਼ਿਆਦਾ ਰਿਸਰਚ ਨਹੀਂ ਕੀਤੀ ਹੁੰਦੀ ਇਹਨਾਂ ਨੇ। ਉਹਨਾਂ ਨੂੰ ਜ਼ਿਆਦਾ ਰਿਸਰਚ ਕਰਨੀ ਚਾਹੀਦੀ ਹੈ ਕਿਉਂ ਜਾ ਰਹੇ ਆ। ਇੱਕ ਨੂੰ ਇੱਕ ਦੇਖ ਕੇ ਨਾ ਹਰ ਬੱਚਾ ਕਹਿੰਦਾ ਅਗਰ ਮੇਰਾ ਬ੍ਰਦਰ ਗਿਆ ਤਾਂ ਮੈਂ ਵੀ ਜਾਣਾ, ਮੇਰੀ ਸਿਸਟਰ ਗਈ ਹੈ ਤਾਂ ਮੈਂ ਵੀ ਜਾਣਾ, ਉੱਥੇ ਉਹ ਵਿਆਹ ਹੋਇਆ ਤਾਂ ਮੈਂ ਵੀ ਜਾਣਾ। ਬਟ ਕਾਰਨ ਕੀ ਹੈ, ਉੱਥੇ ਜਾ ਕੇ ਕਿੰਨੀ ਕੁ ਮਿਹਨਤ ਕਰਨੀ ਪਏਗੀ, ਕਿੰਨੇ ਪੈਸੇ ਲੱਗਣਗੇ, ਮੇਰਾ ਫਿਊਚਰ ਹੈ ਨਹੀਂ ਹੈ, ਇਹ ਕਿਸੇ ਨੂੰ ਨਹੀਂ ਪਤਾ। ਜਿਵੇਂ ਤੁਸੀਂ ਕਿਹਾ ਅਵੇਅਰਨੈਸ ਨਹੀਂ ਹੈ, ਅਵੇਅਰਨੈਸ ਦੀ ਕਾਫੀ ਲੋੜ ਹੈ।
ਇੰਨਾ ਅੱਛਾ ਟ੍ਰੈਂਡ ਨਹੀਂ ਹੈ ਜੀ ਅਗਰ ਇੱਕ ਦੂਜੇ ਨੂੰ ਆਪਾਂ ਫੋਲੋ ਕਰਕੇ ਚੱਲਾਂਗੇ, ਕਿਉਂਕਿ ਹਰ ਇੱਕ ਬੰਦੇ ਦਾ ਪ੍ਰੋਫਾਈਲ ਅਲੱਗ ਆ, ਹਰ ਇੱਕ ਬੰਦੇ ਦਾ IQ ਅਲੱਗ ਆ, ਉਹਨੇ ਕਿੱਥੇ ਸੈਟਲ ਹੋਣਾ, ਕੀ ਕਰ ਸਕਦਾ ਕੀ ਨਹੀਂ ਕਰ ਸਕਦਾ। ਉਹ ਇਹ ਕੋਰਸ ਕਰ ਵੀ ਸਕਦਾ ਜਿਹੜਾ ਉਹਦਾ ਫਰੈਂਡ ਕਰ ਸਕਦਾ, ਕਿ ਇਹ ਬੰਦਾ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ। ਇਟ ਡਿਪੈਂਡਸ। ਇਹਨਾਂ ਨੂੰ ਖੁਦ ਆਪਣੀ ਸਹੀ ਇਵੈਲੂਏਸ਼ਨ ਕਰਨੀ ਚਾਹੀਦੀ ਹੈ ਅਤੇ ਸਹੀ ਜਗ੍ਹਾ ਜਾਣਾ ਚਾਹੀਦਾ, ਸਹੀ ਪ੍ਰੋਗਰਾਮ ਚੂਜ਼ ਕਰਨਾ ਚਾਹੀਦਾ। ਅੱਛਾ, ਕੈਨੇਡਾ ਵਿੱਚ ਕਿੱਦਾਂ ਦੇ ਕੋਰਸਿਸ ਬੱਚੇ ਨੂੰ ਕਰਨੇ ਚਾਹੀਦੇ ਆ? ਕੈਨੇਡਾ ਦੇ ਵਿੱਚ ਅਗਰ ਆਪਾਂ ਜੌਬ ਮਾਰਕੀਟ ਦੀ ਗੱਲ ਕਰੀਏ, ਜਿਹੜਾ ਬੱਚਾ ਉੱਥੇ ਜੌਬ ਕਰਕੇ ਸੈਟਲ ਹੋਣਾ ਚਾਹੁੰਦਾ, ਉਹ ਜ਼ਿਆਦਾਤਰ ਟੈਕਨੀਕਲ ਆਈ ਥਿੰਕ ਓਰੀਐਂਟਡ ਹੈਗਾ। ਕੈਨੇਡਾ ਦੇ ਵਿੱਚ ਕੈਨੇਡਾ ਆਇਲ ਵੀ ਐਕਸਪੋਰਟ ਕਰਦਾ ਅੱਜ ਕੱਲ੍ਹ ਥੋੜ੍ਹਾ ਬਹੁਤ। ਅਲਬਰਟਾ ਸਟੇਟ ਦੇ ਵਿੱਚ ਆਇਲ ਦੇ ਕਾਫੀ ਅੱਛਾ ਚੱਲ ਰਿਹਾ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਆਇਲ ਹੈਗਾ ਉਹ ਸੈਨਕ੍ਰਿਊਡ ਆਇਲ ਹੈਗਾ, ਸੈਂਡ ਨਾਲ ਉਹਦਾ ਕੰਬੀਨੇਸ਼ਨ ਹੈ। ਓਕੇ। ਉਹਨੂੰ ਕੱਢਣ ਦੀ ਜੋ ਕਾਸਟ ਆ ਉਹ ਅਗਰ ਇੰਟਰਨੈਸ਼ਨਲ ਮਾਰਕੀਟ 'ਚ $100 ਤੋਂ ਜ਼ਿਆਦਾ ਹੁੰਦਾ ਪਰ ਬੈਰਲ ਰੇਟ, ਤਾਂ ਕੈਨੇਡਾ ਨੂੰ ਕੱਢਣਾ ਉਹ ਪ੍ਰੋਫਿਟੇਬਲ ਹੈ। ਓਕੇ। ਅਗਰ ਉਹ ਤੋਂ ਨੀਚੇ ਆ ਤਾਂ ਕੈਨੇਡਾ ਨੂੰ ਕੱਢਣਾ ਪ੍ਰੋਫਿਟੇਬਲ ਨਹੀਂ। ਹੁਣ 100 ਤੋਂ ਉੱਪਰ ਹੀ ਚੱਲ ਰਿਹਾ ਬਹੁਤ ਸਾਲਾਂ ਤੋਂ, ਤਾਂ ਉੱਥੇ ਕਾਫੀ ਆਇਲ ਨਾਲ ਰਿਲੇਟਡ ਕੋਰਸਿਸ ਹੈਗੇ, ਮਾਈਨਿੰਗ ਨਾਲ ਰਿਲੇਟਡ। ਵੁੱਡ ਕੈਨੇਡਾ ਬਹੁਤ ਐਕਸਪੋਰਟ ਕਰਦਾ, ਵੁੱਡ ਮੈਨੂਫੈਕਚਰਿੰਗ, ਵੁੱਡ ਮਿਲਸ ਦੇ ਵਿੱਚ ਅਗਰ ਕੰਮ ਕਰਨਾ ਤੁਸੀਂ, ਟੂਲ ਐਂਡ ਡਾਈ ਮੇਕਿੰਗ। ਕੈਨੇਡਾ ਦੇ ਵਿੱਚ ਬਹੁਤ ਸਾਰੇ ਜੋ ਆਟੋ ਪਾਰਟਸ ਆ ਅਮਰੀਕਨ ਕੰਪਨੀ ਦਾ, ਫੋਰਡ, GM ਐਂਡ ਅਦਰਸ, ਇਹਨਾਂ ਦਾ ਜੋ ਵੀ ਮੈਨੂਫੈਕਚਰਿੰਗ ਹੈ, ਪਾਰਟਸ ਹੈ, ਕਾਫੀ ਸਾਰੇ ਕੈਨੇਡਾ ਦੇ ਵਿੱਚ ਬਣਦੇ ਆ। ਤੁਸੀਂ ਆਟੋ ਪਾਰਟਸ, ਟੂਲ ਐਂਡ ਡਾਈ ਮੇਕਿੰਗ, ਇੱਦਾਂ ਦੇ ਪ੍ਰੋਗਰਾਮ ਕਰਕੇ ਤੁਸੀਂ ਆਈ ਥਿੰਕ ਬੈਟਰ ਜ਼ਿਆਦਾ ਸਕਸੀਡ ਕਰ ਸਕਦੇ ਹੋ ਤੁਸੀਂ ਇੱਥੇ। ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ, ਟਰੱਕਿੰਗ, ਕਿਉਂਕਿ ਪੰਜਾਬੀ ਆਪਣੇ ਉੱਥੇ ਲੋਕ ਟਰੱਕਿੰਗ ਦਾ ਬਿਜ਼ਨਸ ਡੋਮੀਨੇਟ ਕਰਦੇ ਆ, ਪਰ ਉਹ ਟਰੱਕਿੰਗ ਨੂੰ ਮੈਨੇਜ ਕਰਨ ਲਈ ਮੈਨੇਜਰਸ ਹੁੰਦੇ ਆ। ਅੱਛਾ। ਅਗਰ ਤੁਸੀਂ ਉਹ ਮੈਨੇਜਰ ਬਣਨਾ, ਫਲੀਟ ਮੈਨੇਜਰ ਬਣਨਾ, ਜਾਂ ਤੁਸੀਂ ਲੌਜਿਸਟਿਕ ਸਪਲਾਈ ਚੇਨ ਕਰਨਾ, ਤਾਂ ਇਟਸ ਬਹੁਤ ਅੱਛੀ ਓਪਰਚੁਨਿਟੀ ਹੈ। ਅੱਛਾ, ਰਿਕੁਆਇਰਮੈਂਟਸ ਕੀ ਨੇ ਜਨਰਲੀ? ਅਗਰ ਤੁਸੀਂ 12th ਤੋਂ ਬਾਅਦ ਡਿਪਲੋਮਾ ਕਰਨਾ ਚਾਹੁੰਦੇ ਉੱਥੇ, ਤਾਂ ਇਸ ਵੇਲੇ ਜੋ ਹੈ 6 ਚਾਹੀਦਾ, no less than 5.5 ਫॉर May ਇਨਟੇਕ ਲਈ ਇਹ ਚਾਹੀਦਾ। ਜੂਨ ਤੋਂ ਕੁਝ ਰੂਲ ਚੇਂਜ ਹੋ ਜਾਣਗੇ। ਐਂਡ PG ਲਈ ਤੁਹਾਨੂੰ ਚਾਹੀਦਾ ਹੈਗਾ 6.5, no less than 6 ਜਨਰਲੀ ਚਾਹੀਦਾ। ਅਤੇ ਤੁਹਾਡਾ ਗੈਪ ਨਹੀਂ ਜ਼ਿਆਦਾ ਹੋਣਾ ਚਾਹੀਦਾ, ਅਤੇ ਤੁਹਾਡੇ ਮਾਰਕਸ 50 ਤੋਂ ਉੱਪਰ ਹੋਣੇ ਚਾਹੀਦੇ ਹਰ ਇੱਕ ਸਬਜੈਕਟ ਦੇ ਵਿੱਚ, 50% ਤੋਂ। ਅਤੇ ਮੈਥਸ ਹੋਣਾ ਚਾਹੀਦਾ ਜਨਰਲੀ 12th ਦੇ ਵਿੱਚ। ਅਤੇ ਕੈਨੇਡਾ ਅਗਰ ਬੱਚੇ ਨੇ ਜਾਣਾ, ਉਹਨੂੰ ਵੀਜ਼ਾ ਮਿਲ ਜਾਂਦਾ ਜਲਦੀ, ਕਿ ਉਹ ਵੀ ਰਿਜੈਕਸ਼ਨ ਦੇ ਚਾਂਸਸ ਜ਼ਿਆਦਾ ਨੇ? ਰਿਜੈਕਟ ਵੀ ਹੁੰਦਾ, ਬਟ 99% ਤਾਂ ਮਿਲ ਹੀ ਜਾਂਦਾ ਜੀ ਵੀਜ਼ਾ। ਐਂਡ ਕੋਈ ਟਾਈਮ ਨਹੀਂ ਜ਼ਿਆਦਾ ਲੱਗਦਾ। ਜਦੋਂ ਇਹਨਾਂ ਦੀ ਇਨਟੇਕ ਓਪਨ ਹੁੰਦੀ ਆ, ਇਮੀਗ੍ਰੇਸ਼ਨ ਦੀ ਇੱਥੇ ਇਨਟੇਕ ਓਪਨ ਹੁੰਦੀ ਆ ਵੀਜ਼ਾ ਲਈ, ਤਾਂ 15-20 ਦਿਨ ਦੇ ਵਿੱਚ ਸਾਰੇ ਡਿਸੀਜ਼ਨਸ ਆ ਜਾਂਦੇ ਆ ਜੀ। ਅੱਛਾ। ਹਾਂਜੀ। ਕੋਈ ਬਿਲਕੁਲ ਕੁਆਲੀਫਾਈ ਨਹੀਂ ਕਰਦਾ, ਉਹਨੂੰ ਤਾਂ ਨਹੀਂ ਮਿਲਦਾ, ਬਟ ਅਗਰ ਤੁਸੀਂ ਕੁਆਲੀਫਾਈ ਕਰਦੇ ਆ, ਸਭ ਕੁਝ ਸਹੀ ਹੈਗਾ ਤੁਹਾਡਾ, ਤਾਂ ਵੀਜ਼ਾ ਮਿਲ ਜਾਂਦਾ, ਕੋਈ ਨੋਟ ਇਸ਼ੂ। ਅਤੇ ਇਹਦੀਆਂ ਕੋਈ ਪਾਲਿਸੀਜ਼ ਚੇਂਜ ਹੋਈਆਂ, ਕੁਝ ਨਵਾਂ ਆਇਆ, ਜਾਂ ਤੁਹਾਡੇ ਕੋਲ ਕੁਝ ਨਵਾਂ ਹੈਗਾ ਤਾਂ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਆਫਰ ਕਰ ਸਕਦੇ ਹੋ? ਨਵਾਂ ਆ ਰਿਹਾ ਜੀ, ਜੂਨ ਤੋਂ ਆ ਰਿਹਾ ਨਵਾਂ, ਬਟ ਆਪਾਂ ਹੁਣ ਤੋਂ ਹੀ ਉਹਨਾਂ ਵਿੱਚ ਜੋ ਕਾਲਜਿਸ, ਯੂਨੀਵਰਸਿਟੀਜ਼ ਆ ਰਹੇ ਆ ਨਵੀਂ ਲਿਸਟ ਦੇ ਵਿੱਚ, ਉਹਨਾਂ 'ਚ ਹੁਣ ਤੋਂ ਆਪਾਂ ਐਡਮਿਸ਼ਨ ਪ੍ਰੋਸੈਸ ਕਰ ਸਕਦੇ ਹਾਂ। ਈਵਨ ਜਿਹੜੇ ਸਟੂਡੈਂਟਸ ਦੇ ਓਵਰਆਲ 6 ਸੀ ਅਤੇ ਕਿਸੇ 'ਚ ਬੈਂਡ 'ਚ 5 ਰਹਿ ਗਏ ਜਾਂ 5.5 ਨਹੀਂ ਆਏ, ਉਹ ਵੀ ਹੁਣ ਕੁਆਲੀਫਾਈ ਕਰ ਜਾਣਗੇ ਸੈਪਟੈਂਬਰ ਇਨਟੇਕ ਲਈ। ਓਕੇ। ਅੱਛਾ, ਇਹ ਤਾਂ ਗੱਲ ਹੋਈ ਕੈਨੇਡਾ ਦੀ। ਅਤੇ ਸਿੰਗਾਪੁਰ ਦੀ ਅਸੀਂ ਗੱਲ ਪਿਛਲੀ ਵਾਰੀ ਵੀ ਕੀਤੀ ਸੀ, ਥੋੜ੍ਹੀ ਜਿਹੀ ਰਹਿ ਗਈ ਸੀ। ਸਿੰਗਾਪੁਰ ਬੱਚੇ ਜਾਣ ਦਾ ਇੰਟਰਸਟ ਸ਼ੋਅ ਕਰ ਰਹੇ ਨੇ, ਕਿਉਂਕਿ ਅਸੀਂ ਕਾਫੀ ਐਪੀਸੋਡਸ ਕਰ ਲਏ। ਕਿੰਨਾ ਕੋਈ ਇੰਟਰਸਟ ਡਿਵੈਲਪ ਹੋਇਆ ਬੱਚਿਆਂ ਵਿੱਚ ਹੋਰ ਸਿੰਗਾਪੁਰ ਜਾਣ ਦਾ? ਸਿੰਗਾਪੁਰ 'ਚ ਸ਼ੁਰੂ ਤੋਂ ਹੀ ਬਹੁਤ ਇੰਟਰਸਟ ਹੈਗਾ ਜੀ ਬੱਚਿਆਂ ਦੇ, ਪੜ੍ਹਨ ਜਾਣ ਦਾ ਟਰੈਂਡ ਕਾਫੀ ਹੈਗਾ। 2 ਤਰ੍ਹਾਂ ਦੇ ਬੱਚੇ ਹੈਗੇ, ਇੱਕ ਤਾਂ ਬਹੁਤ ਸੀਰੀਅਸ ਹੈਗੇ ਆ, ਸੀਰੀਅਸਲੀ ਜੋ ਪੜ੍ਹਨਾ ਚਾਹੁੰਦੇ ਆ, ਸਿੰਗਾਪੁਰ ਨੈਸ਼ਨਲ ਯੂਨੀਵਰਸਿਟੀ, ਸਿੰਗਾਪੁਰ ਮੈਨੇਜਮੈਂਟ ਯੂਨੀਵਰਸਿਟੀ, ਇਹਨਾਂ ਦੇ ਵਿੱਚ ਪੜ੍ਹਨਾ ਚਾਹੁੰਦੇ ਆ, ਬਹੁਤ ਸੀਰੀਅਸ ਹੈ। ਜਾਂ ਕੁਝ UK ਜਾਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ ਦੇ ਕੈਂਪਸ ਆ, ਉਹ ਹੈਗੇ ਆ। ਕੁਝ ਸਟੂਡੈਂਟ ਉੱਥੇ ਸੈਟਲਮੈਂਟ ਜਾਂ ਵਰਕ ਕਰਨਾ ਚਾਹੁੰਦੇ ਆ, ਜਾਂ ਉਹ ਘੱਟ ਫੀਸ ਸਪੈਂਡ ਕਰਕੇ ਇੱਕ ਐਕਸਪੋਜ਼ਰ ਲੈਣਾ ਚਾਹੁੰਦੇ ਆ, ਹੌਸਪੀਟੈਲਿਟੀ ਟੂਰਿਜ਼ਮ ਦੇ ਕੋਰਸ ਕਰਨਾ ਚਾਹੁੰਦੇ ਆ, ਤਾਂ ਸਭ ਤਰ੍ਹਾਂ ਦੀਆਂ ਆਪਸ਼ਨਸ ਆ। ਜਨਰਲੀ ਜੋ ਸਟੂਡੈਂਟਸ ਆਉਂਦੇ ਆ ਹੌਸਪੀਟੈਲਿਟੀ ਟੂਰਿਜ਼ਮ ਦੇ ਕੋਰਸਿਸ ਲਈ, ਉਹਦੇ ਵਿੱਚ ਕਿਉਂਕਿ ਪੇਡ ਇੰਟਰਨਸ਼ਿਪ ਹੈ, 6 ਮੰਥ ਤੁਹਾਡਾ ਸਟੱਡੀ ਹੈ, 6 ਮੰਥ ਪੇਡ ਇੰਟਰਨਸ਼ਿਪ ਹੈ, ਤੁਹਾਡਾ ਉਹ ਬੈਲੈਂਸ ਹੋ ਜਾਂਦਾ। ਜਿੰਨੀ ਫੀਸ ਦਿੰਦੇ ਆ ਨੈਕਸਟ 6 ਮੰਥ 'ਚ ਵਾਪਸ ਮਿਲ ਜਾਂਦੀ ਹੈ। ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ, ਇੰਟਰਨੈਸ਼ਨਲ ਕੁਆਲੀਫਿਕੇਸ਼ਨ ਮਿਲ ਜਾਂਦੀ ਹੈ, ਉਹ ਤੁਹਾਨੂੰ ਬਹੁਤ ਹੈਲਪ ਕਰਦੀ ਹੈ। ਲੇਕਿਨ ਸਿੰਗਾਪੁਰ 'ਚ ਕੁਛ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜੀ, ਖਾਸ ਤੌਰ 'ਤੇ, ਕਿਉਂਕਿ ਸਿੰਗਾਪੁਰ ਅਗਰ ਤੁਸੀਂ ਪ੍ਰਾਈਵੇਟ ਕਾਲਜਸ ਵਿੱਚ ਜਾ ਰਹੇ ਹੋ, ਜ਼ਿਆਦਾਤਰ ਪ੍ਰਾਈਵੇਟ ਦੇ ਵਿੱਚ ਹੀ ਜਾਂਦੇ ਆ, ਇਹਨਾਂ ਨੂੰ ਇੱਕ ਬਾਡੀ ਰੈਗੂਲੇਟ ਕਰਦੀ ਹੈ CP, ਓਕੇ, ਕਾਉਂਸਲ ਫॉर ਪ੍ਰਾਈਵੇਟ ਐਜੂਕੇਸ਼ਨ। ਉਹਦੀ ਵੈਬਸਾਈਟ ਵੀ ਆ, ਤੁਸੀਂ ਗੂਗਲ ਕਰੋਗੇ CPE ਸਿੰਗਾਪੁਰ ਤਾਂ ਤੁਹਾਡੀ ਆ ਜਾਏਗੀ ਸਾਹਮਣੇ। ਜਿਹੜਾ ਵੀ ਕਾਲਜ ਅਗਰ ਤੁਹਾਨੂੰ ਕੋਈ ਏਜੰਟ ਰਿਕਮੈਂਡ ਕਰ ਰਿਹਾ, ਉਸ ਕਾਲਜ ਨੂੰ ਉਹਦੇ ਵਿੱਚ ਤੁਸੀਂ ਪਾ ਕੇ ਚੈੱਕ ਕਰੋ, ਤਾਂ ਉਹਦੀ ਸਾਰੀ ਡਿਟੇਲ ਦੱਸ ਦੇਗਾ ਕਿ ਇਹਦੇ ਕੋਲ ਇੱਕ ਜਿਹੜਾ ਲਾਇਸੈਂਸ ਹੁੰਦਾ ਐਡੀਟਰਸਟ ਦਾ ਲਾਇਸੈਂਸ ਜਿਹੜਾ ਹੈ ਉਹ ਇਹਦੇ ਕੋਲ ਹੈ ਜਾਂ ਨਹੀਂ, ਇਹਦਾ ਵੈਲਿਡ ਹੈ ਜਾਂ ਨਹੀਂ, ਕਦੋਂ ਐਕਸਪਾਇਰ ਹੋ ਰਿਹਾ, ਇਹ ਸਟੂਡੈਂਟ ਨੂੰ ਦੇਖਣਾ ਚਾਹੀਦਾ। ਜਿਹੜੇ ਬਹੁਤ ਅੱਛੇ ਹਾਈਲੀ ਕ੍ਰੈਡੀਟਡ ਕਾਲਜਸ ਹੁੰਦੇ ਆ ਸਿੰਗਾਪੁਰ ਦੇ ਵਿੱਚ, ਉਹਨਾਂ ਨੂੰ 4 ਸਾਲ ਦਾ ਐਡੀਟਰਸਟ ਮਿਲਦਾ।
ਉਹ ਸਿਰਫ ਆਈ ਥਿੰਕ ਨੀਅਰਲੀ 30 ਕਾਲਜਸ ਕੋਲ ਆ। ਵੈਸੇ 2000 ਪ੍ਰਾਈਵੇਟ ਕਾਲਜਸ ਆ ਸਿੰਗਾਪੁਰ ਦੇ ਵਿੱਚ। ਅਸੀਂ ਇਹ ਚੀਜ਼ ਹਮੇਸ਼ਾ ਵੈਰੀਫਾਈ ਕਰਦੇ ਹਾਂ, ਅਤੇ ਅਸੀਂ ਐਜ਼ ਅ ਕੰਪਨੀ ਅਸੀਂ ਸਿਰਫ ਉਹਨਾਂ ਨਾਲ ਕੰਮ ਕਰਦੇ ਹਾਂ ਜਿਹਨਾਂ ਕੋਲ ਐਡੀ ਟਰਸਟ 4 ਇਅਰਸ ਆ। 1 ਈਅਰ ਵਾਲੇ ਸਾਨੂੰ ਅਪਰੋਚ ਕਰਦੇ ਆ, ਵੀ ਡੋਂਟ ਵਰਕ ਵਿਦ ਦੈਮ, ਅਸੀਂ ਮਨਾ ਕਰ ਦਿੰਦੇ ਹਾਂ। ਕਿਉਂਕਿ ਪ੍ਰੋਬਲਮ ਕੀ ਆ ਸਕਦੀ ਆ ਤੁਹਾਨੂੰ, ਜਿਹਨਾਂ ਕੋਲ 1 ਈਅਰ ਐਡਿਊ ਟਰਸਟ ਆ, ਤੁਸੀਂ ਐਡਿਊ ਟਰਸਟ ਕਿੱਦਾਂ ਦੇਖ ਸਕਦੇ ਆ? 4 ਇਅਰਸ ਦਾ ਤੁਸੀਂ ਦੇਖ ਸਕਦੇ ਕਦੋਂ ਗ੍ਰਾਂਟ ਹੋਇਆ, ਕਦੋਂ ਐਕਸਪਾਇਰ ਹੋ ਰਿਹਾ, ਅਤੇ 4 ਇਅਰਸ ਹੈ ਵਿੱਚ ਟਰਮ, ਤਾਂ ਉਹ ਕਾਲਜ ਬਹੁਤ ਸੇਫ ਹੈ। ਉਹ ਜੋ ਵੀ ਕਮਿਟ ਕਰ ਰਿਹਾ ਔਨ ਜੋਬ ਟ੍ਰੇਨਿੰਗ ਇੰਟਰਨਸ਼ਿਪ ਦੀ, ਉਹ ਵੀ ਤੁਹਾਨੂੰ ਤੁਹਾਡੀ ਪੂਰੀ ਹੋ ਜਾਏਗੀ। ਇਸ ਤੋਂ ਇਲਾਵਾ ਜਿਹੜਾ ਇੱਥੋਂ ਵੀਜ਼ਾ ਮਿਲਦਾ ਉਹ ਫਾਈਨਲ ਨਹੀਂ ਹੁੰਦਾ ਤੁਹਾਡਾ ਵੀਜ਼ਾ ਸਿੰਗਾਪੁਰ ਦਾ। ਉੱਥੇ ਤੁਸੀਂ ਐਂਟਰ ਕਰਦੇ ਹੋ ਤੁਹਾਨੂੰ ਸਟੂਡੈਂਟ ਪਾਸ ਅਪਲਾਈ ਕਰਨਾ ਪੈਂਦਾ, ਅਤੇ ਸਟੂਡੈਂਟ ਪਾਸ ਅੱਛੇ ਕਾਲਜਸ ਦਾ 100% ਹੋ ਜਾਂਦਾ। ਅਗਰ ਤੁਹਾਡਾ ਕਾਲਜ ਬੇਕਾਰ ਸੀ ਅਤੇ ਤੁਹਾਡਾ ਐਜੂ ਟਰਸਟ ਅਪਰੂਵ ਨਾ ਹੋਇਆ, ਸਟੂਡੈਂਟ ਪਾਸ ਅਪਰੂਵ ਨਾ ਹੋਇਆ, ਤੁਹਾਨੂੰ ਵਾਪਸ ਆਉਣਾ ਪਏਗਾ। ਸਾਰੀ ਐਕਸਰਸਾਈਜ਼ ਵੇਸਟ, ਮਨੀ ਵੇਸਟ, ਟਾਈਮ ਵੇਸਟ। ਸੋ ਅਸੀਂ ਉਹਨਾਂ ਨਾਲ ਕੰਮ ਨਹੀਂ ਕਰਦੇ। ਅੱਛਾ, ਹੁਣ ਕਿਹੜੇ ਇਨਟੇਕ ਲਈ ਬੱਚੇ ਇਨਰੋਲ ਕਰ ਸਕਦੇ ਨੇ? ਹੁਣ ਆਸਟ੍ਰੇਲੀਆ ਲਈ ਅਪ੍ਰੈਲ ਇਨਟੇਕ ਲਈ ਕਰ ਸਕਦੇ ਆ ਜੀ। ਨਿਊਜ਼ੀਲੈਂਡ ਵੀ ਅਪ੍ਰੈਲ ਚੱਲ ਰਿਹਾ। ਗਵਰਨਮੈਂਟ ਪੋਲੀਟੈਕ ਜਾਂ ਨਿਊਜ਼ੀਲੈਂਡ ਦੇ ਉਹਨਾਂ ਦਾ ਜੁਲਾਈ ਚੱਲ ਰਿਹਾ ਜੀ। ਯੂਨੀਵਰਸਿਟੀਜ਼ ਦਾ ਜੁਲਾਈ ਚੱਲ ਰਿਹਾ। ਕੈਨੇਡਾ ਦਾ ਮਈ ਚੱਲ ਰਿਹਾ ਜੀ SPP ਲਈ। ਫਿਰ ਉਸ ਤੋਂ ਬਾਅਦ ਜੂਨ ਇਨਟੇਕ ਆ ਜਾਏਗਾ। ਈਵਨ ਕੈਨੇਡਾ ਦੇ ਫਿਰ ਕਾਫੀ ਇਨਟੇਕ ਹੋ ਜਾਣਗੇ ਜੀ ਜੂਨ ਤੋਂ ਬਾਅਦ ਤਾਂ, ਕਿਉਂਕਿ ਜੋ ਪ੍ਰਾਈਵੇਟ ਕਾਲਜਸ ਜਾਂ ਕਰੀਅਰ ਕਾਲਜਸ ਲਿਸਟ ਵਿੱਚ ਆ ਰਹੇ ਆ ਕੈਨੇਡਾ ਦੇ, ਉਹਨਾਂ ਦੇ ਇਨਟੇਕ ਤਾਂ ਚੱਲਦੇ ਰਹਿੰਦੇ ਜੀ ਹਰ ਦੂਸਰੇ ਤੀਸਰੇ ਮਹੀਨੇ। ਅੱਛਾ, ਬੱਚੇ ਕਹਿੰਦੇ ਨੇ ਅਤੇ ਪੇਰੈਂਟਸ ਕਹਿੰਦੇ ਨੇ ਅਗਰ ਅਸੀਂ ਤੁਹਾਡੇ ਥਰੂ ਇਨਰੋਲ ਕਰੀਏ ਸਾਨੂੰ ਕੋਈ ਇਨਸੈਂਟਿਵ ਮਿਲੇਗਾ, ਸਾਨੂੰ ਕੋਈ ਫਾਇਦਾ ਹੋਏਗਾ, ਤੁਸੀਂ ਕੁਛ ਖਾਸ ਕਰੋਗੇ ਬੱਚਿਆਂ ਲਈ? ਹਾਂਜੀ, ਇਨਸੈਂਟਿਵ ਸਭ ਤੋਂ ਵੱਡਾ ਇਹੀ ਹੈ ਜੀ, ਉਹ ਸੇਫ ਹੈ। ਪਹਿਲੀ ਗੱਲ ਤਾਂ ਉਹਨਾਂ ਦਾ ਪੈਸਾ ਸੇਫ ਆ, ਉਹਨਾਂ ਦਾ ਫਿਊਚਰ ਸਿਕਿਉਰ ਆ, ਗਾਈਡੈਂਸ ਬਿਲਕੁਲ ਸਹੀ ਮਿਲੇਗੀ ਉਹਨਾਂ ਨੂੰ। ਉਸ ਤੋਂ ਇਲਾਵਾ ਉਹਨਾਂ ਨੂੰ ਫ੍ਰੀ ਆਫ ਕਾਸਟ ਲਾਇਸੈਂਸਡ ਐਡਵਾਈਸ ਮਿਲਦੀ ਆ। ਜਿੱਦਾਂ ਜੋ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆ ਜਾਂ ਇਮੀਗ੍ਰੇਸ਼ਨ ਐਡਵਾਈਜ਼ਰੀ ਅਥਾਰਟੀ ਦੇ ਲਾਇਸੈਂਸਡ ਐਡਵਾਈਜ਼ਰਸ ਹੈਗੇ ਆ, ਉਹਨਾਂ ਤੋਂ ਅਗਰ ਤੁਸੀਂ ਔਨ ਸ਼ੋਰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਈਵਨ ਤੁਸੀਂ ਮਿਲਣ ਵੀ ਜਾਣਾ ਤਾਂ ਤੁਹਾਨੂੰ ਅਪੁਆਇੰਟਮੈਂਟ ਲੈ ਕੇ ਜਾਣਾ ਪੈਂਦਾ। $200 ਪਰ ਆਵਰ ਤੋਂ ਤੁਹਾਡਾ ਸ਼ੁਰੂ ਹੋ ਜਾਂਦਾ। ਤੁਸੀਂ 1 ਘੰਟੇ ਲਈ ਮਿਲਣਾ ਚਾਹੇ ਤੁਹਾਨੂੰ ਕੁਛ ਵੀ ਨਾ ਮਿਲੇ ਉਹਦੇ ਵਿੱਚ, ਤੁਹਾਨੂੰ $200 ਮਿਲਣਗੇ। ਤੁਹਾਡੇ ਤੋਂ ਫ੍ਰੀ ਮਿਲਦੀ ਹੈ? ਸਾਡੇ ਕੋਲ ਉਹ ਤਾਂ ਪਤਾ ਨਹੀਂ ਕਿੰਨੇ ਘੰਟੇ ਫ੍ਰੀ ਜੀ ਚੱਲਦਾ ਰਹਿੰਦਾ। ਈਵਨ ਸਟੂਡੈਂਟ ਨੂੰ 10 ਘੰਟੇ ਜਾਂ 20 ਘੰਟੇ 'ਚ ਵੀ ਉਹਦੀ ਸੈਟਿਸਫੈਕਸ਼ਨ ਨਹੀਂ ਹੁੰਦੀ, ਤਾਂ ਇਟਸ ਆਲ ਫ੍ਰੀ ਆਫ ਕਾਸਟ ਕਾਉਂਸਲਿੰਗ। ਇਸ ਤੋਂ ਇਲਾਵਾ ਜਿਹੜਾ ਨਿਊਜ਼ੀਲੈਂਡ ਖਾਸ ਕਰ ਸਟੂਡੈਂਟ ਜਾ ਰਿਹਾ, ਉਹਨੇ ਬਾਅਦ 'ਚ ਪੋਸਟ ਸਟੱਡੀ ਵਰਕ ਵੀਜ਼ਾ ਅਪਲਾਈ ਕਰਨਾ, ਮੰਨ ਲਓ ਸਟੱਡੀ ਤੋਂ ਬਾਅਦ, ਉਹਦਾ ਕੋਈ ਵੀ ਅਨਲਾਇਸੈਂਸਡ ਬੰਦਾ ਨਹੀਂ ਕਰ ਸਕਦਾ। ਅਸੀਂ ਉਹਦਾ ਫ੍ਰੀ ਆਫ ਕਾਸਟ ਕਰਵਾ ਕੇ ਦਾਂਗੇ। ਅਤੇ ਈਵਨ ਸਲਾਹ ਵੀ ਸਿਰਫ ਅਸੀਂ ਦੇ ਸਕਦੇ ਹਾਂ, ਦੂਸਰੇ ਬੰਦੇ ਦਾ ਇਹਦੇ ਬਾਰੇ ਬੋਲ ਵੀ ਨਹੀਂ ਸਕਦੇ। ਅੱਛਾ, ਇਹਦੇ ਬਾਰੇ ਐਡਵਾਈਸ ਦੇਣਾ ਵੀ ਬੈਂਡ ਆ। ਅੱਛਾ, ਪੋਸਟ ਸਟੱਡੀ ਵਰਕ ਬਾਰੇ ਬੋਲਣਾ, ਸਪਾਊਸ ਵੀਜ਼ਾ ਬਾਰੇ ਬੋਲਣਾ ਬੈਂਡ ਹੈ। ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਉਹ ਬੋਲ ਵੀ ਨਹੀਂ ਸਕਦੇ। ਕਾਫੀ ਲੋਕ ਬੋਲਦੇ ਨੇ ਪਰ ਬੋਲ ਨਹੀਂ ਸਕਦੇ। ਉਹ ਤਾਂ ਫਿਰ ਇਮੀਗ੍ਰੇਸ਼ਨ ਐਕਸ਼ਨ ਲੈ ਸਕਦੀ ਉਹਨਾਂ ਦੇ ਉੱਤੇ, ਬਹੁਤ ਸਖਤ ਲੈ ਸਕਦੇ। ਅਤੇ ਨਾ ਉਹ ਐਡਵਾਈਸ ਦੇ ਸਕਦੇ, ਨਾ ਉਹਨਾਂ ਨੂੰ ਬੋਲਣਾ ਅਲਾਊਡ ਹੈ। ਇਸ ਤੋਂ ਇਲਾਵਾ ਜੇ ਉਹਨਾਂ ਦੇ ਪਾਰਟਨਰ ਨੇ ਵੀਜ਼ਾ ਲੈਣਾ, ਉਹ ਫ੍ਰੀ ਆਫ ਕਾਸਟ ਕਰਦੇ ਹਾਂ ਅਸੀਂ ਸਟੂਡੈਂਟ ਦੇ ਪਾਰਟਨਰ ਦਾ। ਅਤੇ ਫਿਰ ਉਹਦੀ ਫੈਮਿਲੀ ਨੇ ਕੋਈ ਵਿਜ਼ਟਰ ਜਾਂ ਵਰਕ ਵੀਜ਼ਾ ਲਗਾਉਣਾ, ਉਹ ਕਰਦੇ ਹਾਂ। ਉਸ ਤੋਂ ਬਾਅਦ ਉਹਨੇ ਪਰਮਾਨੈਂਟ ਰੈਜ਼ੀਡੈਂਸ ਅਪਲਾਈ ਕਰਨਾ, ਉਹ ਅਸੀਂ ਉਹਨੂੰ ਬਹੁਤ ਘੱਟ ਫੀਸ 'ਤੇ ਮਤਲਬ ਵੀ ਕੈਨ ਅਸਿਸਟ ਅਸੀਂ ਕਰਦੇ ਹਾਂ। ਈਵਨ ਸਾਡੇ ਸਟੂਡੈਂਟਸ ਉੱਥੇ, ਕੁਝ ਸਟੂਡੈਂਟ ਸਾਡੇ ਤੋਂ 6-7 ਸਾਲ ਸਾਡੇ ਇਨ ਟੱਚ ਹੈਗੇ ਆ। ਪਹਿਲਾਂ ਉਹਨਾਂ ਦਾ ਇੱਕ ਸਟੂਡੈਂਟ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਸਟੂਡੈਂਟ ਗਿਆ, ਫਿਰ ਉਹਨੇ ਮੈਰਿਜ ਕਰ ਲਈ, ਵਾਈਫ ਨੂੰ ਲੈ ਜਾਣਾ ਸੀ, ਫਿਰ ਉਹਨੇ ਮਦਰ ਨੂੰ ਵੀਜ਼ਾ ਲਗਵਾਉਣਾ ਸੀ, ਸਾਡੇ ਕੋਲ ਆਉਂਦੇ ਰਹਿੰਦੇ। ਦੈਨ ਉਹਨੂੰ ਜੋਬ ਸਰਚ ਵੀਜ਼ਾ ਚਾਹੀਦਾ ਸੀ, ਉਹ ਅਸੀਂ ਫਾਈਲ ਕੀਤਾ। ਫਿਰ ਉਹਦੀ ਰੈਜ਼ੀਡੈਂਸ ਅਸੀਂ ਫਾਈਲ ਕੀਤੀ। ਤਾਂ ਉਹਨੂੰ ਮਤਲਬ ਕਿੰਨੀਆਂ ਸਰਵਿਸਿਜ਼ ਮਿਲੀਆਂ, ਹੰਡਰਡਸ ਆਫ ਥਾਊਜ਼ੈਂਡਸ ਆਫ ਡਾਲਰ ਦਾ ਉਹਨੂੰ ਬੈਨੀਫਿਟ ਹੋਇਆ। ਅਸੀਂ ਉਹਨੂੰ ਕੋਈ ਛੋਟਾ ਮੋਟਾ ਲਾਲਚ ਨਹੀਂ ਦੇਣਾ ਚਾਹੁੰਦੇ ਕਿ ਤੁਹਾਨੂੰ ਇੱਕ ਫ੍ਰੀ ਲੈਪਟਾਪ ਦੇ ਦਾਂਗੇ ਜਾਂ ਫ੍ਰੀ ਕੋਈ ਚੀਜ਼ ਦੇ ਦਾਂਗੇ ਅਤੇ ਤੁਹਾਨੂੰ ਲੇਕਿਨ ਬਹੁਤ ਘਟੀਆ ਕਾਲਜ 'ਚ ਭੇਜ ਦਾਂਗੇ, ਜਿੱਥੋਂ ਸਾਨੂੰ ਪਤਾ ਨਹੀਂ ਅੱਧੀ ਫੀਸ ਸਾਨੂੰ ਵਾਪਸ ਆ ਜਾਂਦੀ ਹੈ, ਉਹਦੇ 'ਚ ਤੁਹਾਨੂੰ ਲੈਪਟਾਪ ਦੇ ਵੀ ਦਾਂਗੇ। ਅਗਰ ਮੈਂ ਆਪਣੇ ਸਟੂਡੈਂਟ ਨੂੰ ਆਕਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ 'ਚ ਭੇਜ ਰਿਹਾ, ਮੈਂ ਉਹਨੂੰ ਕੋਈ ਲੈਪਟਾਪ ਕੁਛ ਨਹੀਂ ਦੇ ਸਕਦਾ ਫ੍ਰੀ ਆਫ ਕਾਸਟ, ਹੈ ਨਾ। ਮਤਲਬ ਕਾਫੀ ਓਨੈਸਟੀ ਤੇ ਟਰਾਂਸਪੇਰੈਂਸੀ ਤੁਸੀਂ ਰੱਖੀ ਹੈ। ਵੈਰੀ ਓਨੈਸਟ ਐਂਡ ਟਰਾਂਸਪੇਰੈਂਟ ਸਿਸਟਮ। ਤੇ ਜਾਣ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਕੀ ਸੁਨੇਹਾ ਦਿਓਗੇ? ਦਰਸ਼ਕਾਂ ਨੂੰ ਮੈਂ ਇਹੀ ਸਲਾਹ ਦੇਣਾ ਚਾਹੁੰਦਾ ਜੀ, ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਲਾਇਸੈਂਸ ਐਡਵਾਈਸ ਲਓ। ਅਨਲਾਇਸੈਂਸ ਐਡਵਾਈਸ ਇਜ਼ ਵੈਰੀ ਰਿਸਕੀ। ਤੁਹਾਡਾ ਫਿਊਚਰ ਖਰਾਬ ਹੋ ਸਕਦਾ, ਤੁਹਾਡਾ ਪੈਸਾ ਖਰਾਬ ਹੁੰਦਾ, ਟਾਈਮ ਵੇਸਟੇਜ ਹੁੰਦਾ, ਉਹਦੇ ਤੋਂ ਤੁਹਾਨੂੰ ਬਚਣਾ ਚਾਹੀਦਾ। ਥੈਂਕ ਯੂ ਸੋ ਮਚ ਗੁਰਵਿੰਦਰ ਜੀ, ਇੱਕ ਵਾਰ ਫਿਰ ਤੁਸੀਂ ਬਹੁਤ ਹੀ ਇਨਫੋਰਮੇਟਿਵ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ ਫॉर ਕਮਿੰਗ ਇਨ। ਥੈਂਕ ਯੂ ਜੀ। ਸੋ ਦੋਸਤੋ, ਐਸੀ ਮੁਲਾਕਾਤ ਗੁਰਵਿੰਦਰ ਸਿੰਘ ਕਾਂਗਜੀ ਦੇ ਨਾਲ ਫਰੋਮ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਿਟਿਡ। ਜੇ ਅਗਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਕਾਂਗਜੀ ਦੇ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ। ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਈਮੇਲ ਆਈਡੀ ਤੇ ਭੇਜ ਸਕਦੇ ਹੋ। ਅਗਲੀ ਵਾਰ ਇੱਕ ਹੋਰ ਐਕਸਪਰਟ ਦੇ ਨਾਲ ਮੈਂ ਜੱਸੀ ਤੁਹਾਡੀ ਮੁਲਾਕਾਤ ਕਰਾਵਾਂਗੀ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।